संगत एड मैडिकल केयर फंड वालों दास वालों फतेह प्रवान करनी जी। वाहिगुरू जी का खालसा वाहिगुरू जी की फतेह। समूह साध संगत जिमें कि भली भांति आप इस गल तो जाणो जो कि संगत एड मैडिकल केयर फंड वालों ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੇ ਵੀ ਲੋੜਵੰਦ ਗਰੀਬ ਗੁਰਬਾ ਮੈਡੀਕਲ ਸਹੂਲਤ ਤੋਂ ਵਾਂਝਾ ਰਹਿ ਜਾਂਦਾ ਹੈ, ਸੰਗਤ ਏਡ ਮੈਡੀਕਲ ਕੇਅਰ ਵੱਲੋਂ ਉਹਨਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਉਸੇ ਹੀ ਸੇਵਾ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਤਰਨਤਾਰਨ ਸਾਹਿਬ ਵਿਖੇ ਪਹੁੰਚੇ ਹਾਂ, ਜਿੱਥੇ ਲਗਭਗ 15 ਕੁ ਦਿਨਾਂ ਤੋਂ ਭੈਣ ਨਵਦੀਪ ਕੌਰ ਜੀ ਦਾਖਲ ਨੇ। ਭੈਣ ਜੀ ਹੁਣਾਂ ਨੂੰ ਪਿਛਲੇ ਕਾਫੀ ਸਾਲਾਂ ਤੋਂ ਦੌਰੇ ਪੈਂਦੇ ਸਨ। ਭੈਣ ਜੀ ਹੁਣਾਂ ਦੀ ਸ਼ਾਦੀ ਹੋਈ ਹੈ, 3 ਬੱਚੇ ਹਨ ਅਤੇ ਇਹਨਾਂ ਦੇ ਪਤੀ ਹਨ ਜੋ ਉਹ ਵਿਚਾਰੇ ਮਜ਼ਦੂਰੀ ਦਿਹਾੜੀ ਧੱਪਾ ਕਰਦੇ ਹਨ। ਜਿੱਥੋਂ ਤੱਕ ਜਾਣਕਾਰੀ ਮਿਲੀ ਹੈ, ਕਹਿੰਦੇ ਨੇ ਕਿ ਜਦੋਂ ਇਹਨਾਂ ਦੇ ਪਤੀ ਕੰਮ 'ਤੇ ਚਲੇ ਜਾਂਦੇ ਸਨ ਤਾਂ ਪਿੱਛੋਂ ਕਈ ਵਾਰੀ ਦੌਰੇ ਪੈਣ ਦੇ ਨਾਲ ਭੈਣ ਨਵਦੀਪ ਕੌਰ ਜੀ ਡਿੱਗ ਪੈਂਦੇ ਸਨ, ਤਾਂ ਪਿੱਛੋਂ ਆਂਢ ਗੁਆਂਢ ਨੇ ਉਹਨਾਂ ਨੂੰ ਫੋਨ ਕਰਕੇ ਜਾਂ ਸੁਨੇਹਾ ਦੇਣਾ ਕਿ ਤੁਹਾਡੇ ਵਾਈਫ ਬਿਮਾਰ ਨੇ। ਉਹ ਵਿਚਾਰੇ ਕੰਮ ਵਿੱਚੇ ਹੀ ਛੱਡ ਕੇ ਵਾਪਸ ਆਉਣਾ ਪੈਂਦਾ ਸੀ, ਜਿਹਦੇ ਕਰਕੇ ਪਰਿਵਾਰ ਨੂੰ ਕਾਫੀ ਤੰਗੀ ਆਉਂਦੀ ਸੀ ਰੋਟੀ ਪਾਣੀ ਦੀ, ਕਿਉਂਕਿ ਗਰੀਬ ਨੇ ਉਹੀ ਕਮਾਉਣਾ ਅਤੇ ਉਹੀ ਖਾਣਾ ਹੁੰਦਾ ਹੈ। ਅਤੇ ਫਿਰ ਪਿੱਛੋਂ ਕਿਸੇ ਦਾ ਮੈਸੇਜ ਚੱਲ ਜਾਣਾ ਜਾਂ ਹਰ ਵੇਲੇ ਧਿਆਨ ਘਰ ਵਿੱਚ ਹੀ ਰਹਿੰਦਾ ਸੀ ਕਿ ਕਿਤੇ ਮੇਰੀ ਵਾਈਫ ਦੌਰਾ ਪੈਣ ਕਰਕੇ ਡਿੱਗ ਨਾ ਪਵੇ, ਕਿਤੇ ਐਵੇਂ ਨਾ ਹੋ ਜਾਏ। ਸੋ ਉਸੇ ਹੀ ਦਰਦ ਨੂੰ ਮੁੱਖ ਰੱਖਦਿਆਂ ਹੋਇਆ ਇਹਨਾਂ ਦੇ ਪਿਤਾ ਜੀ ਭੈਣ ਜੀ ਹੁਣਾਂ ਦੇ ਨੇ ਇਹਨਾਂ ਨੂੰ ਆਪਣੇ ਕੋਲ ਪਿੰਡ ਨੂਰ ਦੀ ਲੈ ਆਂਦਾ। ਇੱਥੇ ਫਿਰ ਇਹਨਾਂ ਦੀ ਸਾਂਝ ਸੰਗਤ ਏਡ ਮੈਡੀਕਲ ਫੰਡ ਦੇ ਸੇਵਕਾਂ ਦੇ ਨਾਲ, ਸੇਵਾਦਾਰਾਂ ਦੇ ਨਾਲ ਹੋਈ ਅਤੇ ਉਹਨਾਂ ਦੀ ਆਪਸੀ ਮੇਲ ਮਿਲਾਪ ਦੇ ਨਾਲ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਤਰਨਤਾਰਨ ਵਿੱਚ ਦਾਖਲ ਕਰਵਾਇਆ। ਲਗਭਗ ਭੈਣ ਜੀ ਪਿਛਲੇ 15 ਕੁ ਦਿਨਾਂ ਤੋਂ ਹਸਪੀਟਲ ਦੇ ਵਿੱਚ ਦਾਖਲ ਨੇ। ਇਹ ਸਾਰਾ ਹੀ ਕਾਰਜ ਸਾਧ ਸੰਗਤ ਜੀ ਆਪ ਜੀ ਦੇ ਸਹਿਯੋਗ ਦੇ ਨਾਲ ਹੀ ਹੋਇਆ। ਜੋ ਵੀ ਮਾਈ ਭਾਈ ਆਪ ਜੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਨੇਕ ਕੰਮਾਂ ਲਈ ਲਾਉਂਦੇ ਨੇ, ਉਹਨਾਂ ਵਿੱਚੋਂ ਹੀ ਭੈਣ ਜੀ ਹੁਣਾਂ ਦੀ ਇਹ ਸਾਰੀ ਹੀ ਕੇਅਰ ਕੀਤੀ ਜਾ ਰਹੀ ਹੈ, ਇਹ ਸਾਰਾ ਇਲਾਜ ਕਰਵਾਇਆ ਜਾ ਰਿਹਾ ਹੈ। ਸੰਗਤ ਜੀ ਇੱਥੇ ਗੱਲ ਇੱਕ ਹੋਰ ਮੈਂ ਨਾਲ ਕਹਿਣੀ ਚਾਹੁੰਦਾ ਵਾਂ ਕਿ ਭੈਣ ਜੀ ਹੁਣਾਂ ICU ਦੇ ਪਿਛਲੇ 15 ਦਿਨਾਂ ਤੋਂ ਦਾਖਲ ਨੇ ਅਤੇ ਲਗਭਗ ਇਹ ਇੱਕ ਦਿਨ ਦਾ ਜੋ ਖਰਚਾ ਹੈ ਭੈਣ ਜੀ ਹੁਣਾਂ ਦੇ ਬੈੱਡ ਦਾ ਉਹ 5000 ਰੁਪਇਆ ਹੈ। ਦਵਾਈਆਂ ਵੱਖ, ਹੋਰ ਜਿੰਨੇ ਵੀ ਖਰਚੇ ਨੇ, ਟੈਸਟ ਨੇ, ਲਗਭਗ ਹੁਣ ਤੱਕ ਭੈਣ ਜੀ ਹੁਣਾਂ ਦੇ 4.5 ਲੱਖ ਰੁਪਏ ਦਾ ਖਰਚਾ ਹੋ ਗਿਆ ਹੈ। ਅਤੇ ਹੁਣ ਜਿੱਥੋਂ ਤੱਕ ਡਾਕਟਰਾਂ ਦੇ ਨਾਲ ਜਾਣਕਾਰੀ ਜਾਂ ਗੱਲਬਾਤ ਹੋਈ, ਕਹਿੰਦੇ ਵੀ 5,500 ਰੁਪਏ ਦਾ ਇੱਕ ਟੀਕਾ ਰੋਜ਼ ਲੱਗੇਗਾ, ਲਗਭਗ 3 ਟੀਕੇ ਲੱਗਣੇ ਨੇ। ਇਹ ਸਾਰਾ ਹੀ ਸਹਿਯੋਗ ਸਾਧ ਸੰਗਤ ਜੀ ਆਪ ਜੀ ਨੇ ਹੀ ਦੇਣਾ ਬਣਦਾ ਹੈ। ਇਹ ਗਰੀਬ ਵਿਚਾਰੇ ਦਿਹਾੜੀ ਦੱਪੇ ਨੇ, 300, 350, 400 ਰੁਪਇਆ ਦਿਹਾੜੀ ਹੈ, ਉਹਦੇ ਵਿੱਚੋਂ ਗਰੀਬ ਇੰਨੇ ਖਰਚੇ ਕਿੱਥੋਂ ਚੁੱਕ ਲਵੇਗਾ। ਇਹ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕਰਦੇ ਹਾਂ ਕਿ ਇਹ ਜਿੰਨਾ ਵੀ ਖਰਚਾ ਹੈ ਇਹ ਗਰੀਬ ਵਿਚਾਰੇ ਨਹੀਂ ਉਠਾ ਸਕਦੇ। ਸੋ ਆਪ ਆਪਣੀ ਕਿਰਤ ਕਮਾਈ ਦਸਵੰਧ ਦੇ ਵਿੱਚੋਂ ਇਹਨਾਂ ਦਾ ਇਲਾਜ ਕਰਵਾ ਸਕਦੇ ਜੋ। ਇਹ ਸੰਗਤਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਿ ਭੈਣ ਨਵਦੀਪ ਕੌਰ ਹੁਣਾਂ ਦੀ ਸਹਾਇਤਾ ਕੀਤੀ ਜਾਵੇ। ਡਾਕਟਰ ਸਾਹਿਬ, ਭੈਣ ਨਵਦੀਪ ਕੌਰ ਜਿਵੇਂ ਹੁਣ ਤਾਜ਼ਾ ਹਾਲਾਤ ਕਿਵੇਂ ਦੇ ਨੇ, ਕੀ ਸੁਧਾਰ ਲੱਗ ਰਿਹਾ ਇਹਨਾਂ ਆਪ ਜੀ ਨੂੰ ਇਹਨਾਂ ਦੀ ਸਿਹਤ ਦੇ ਵਿੱਚ? ਅੱਗੇ ਨੂੰ ਕੰਡੀਸ਼ਨ ਕਾਫੀ ਇਹਨਾਂ ਦੀ ਇੰਪਰੂਵ ਹੈ, ਅੱਗੇ ਨੂੰ ਕਾਫੀ ਹਾਲਾਤ ਬੈਟਰ ਹੋ ਗਏ ਨੇ। ਪਹਿਲਾਂ ਜਦੋਂ ਆਏ ਸੀ ਇਹਨਾਂ ਦੀ ਕੰਡੀਸ਼ਨ ਕਾਫੀ ਜ਼ਿਆਦਾ ਖ਼ਰਾਬ ਸੀ ਅਤੇ ਕਾਫੀ ਹੀ ਜ਼ਿਆਦਾ ਇਹ ਪੂਅਰ ਫੈਮਿਲੀ ਤੋਂ ਬਿਲੋਂਗ ਕਰਦੇ ਆ, ਜੋ ਕਿ ਆਪਣਾ ਇਲਾਜ ਕਰਾ ਵੀ ਨਹੀਂ ਸਕਦੇ ਸੀ। ਤਾਂ ਜੋ ਕਿ ਸੰਗਤ ਏਡ ਹੈ, ਸੰਗਤ ਏਡ NGO ਵੱਲੋਂ ਇੱਕ ਵਧੀਆ ਉਪਰਾਲਾ ਹੈ। ਉਹਨਾਂ ਨੇ ਇੱਕ ਗਰੀਬਾਂ ਲਈ ਵਧੀਆ ਉਪਰਾਲਾ ਕੀਤਾ ਹੈ ਤਾਂ ਕਿ ਜਿਹੜੇ ਗਰੀਬ ਨਹੀਂ ਇਲਾਜ ਕਰਾ ਸਕਦੇ ਉਹਨਾਂ ਦਾ, ਸੰਗਤ ਦਾ ਉਹਨਾਂ ਨੇ ਕਾਫੀ ਜ਼ਿਆਦਾ ਵਧੀਆ ਤਰੀਕੇ ਨਾਲ ਇਹ ਉਪਰਾਲਾ ਸ਼ੁਰੂ ਕੀਤਾ ਹੈ। ਅਤੇ ਇਹਨਾਂ ਦਾ ਜੇ ਇਹ ਆਪ ਹੁੰਦੇ ਤਾਂ ਹੁਣ ਤੱਕ ਇਹ ਖਰਚਾ ਨਹੀਂ ਕਰਾ ਸਕਣਾ ਤਾਂ ਸ਼ਾਇਦ ਇਹ ਭੈਣ ਬਚ ਵੀ ਨਾ ਸਕਦੀ। ਠੀਕ ਹੈ। ਅਤੇ ਹੁਣ ਇਹ ਕਾਫੀ ਵਧੀਆ ਕੰਡੀਸ਼ਨ 'ਚ ਨਿਕਲ ਆਈ ਹੈ, ਬੁਰੀ ਕੰਡੀਸ਼ਨ ਤੋਂ ਨਿਕਲ ਆਈ ਹੈ, ਕਾਫੀ ਵਧੀਆ ਅੱਗੇ ਨੂੰ ਕੰਡੀਸ਼ਨ ਹੋ ਗਈ ਹੈ। ਹੋਰ 1-2 ਦਿਨ ਤੱਕ ਇਹਨਾਂ ਨੂੰ ਅਸੀਂ ਕਮਰੇ ਵਿੱਚ ਸ਼ਿਫਟ ਕਰ ਦਾਂਗੇ ਅਤੇ ਅੱਗੇ ਨੂੰ ਕਾਫੀ ਸਥਿਤੀ ਹਾਲਤ ਵਿੱਚ ਸੁਧਾਰ ਹੈ। ਇਹਨਾਂ ਨੂੰ ਕਾਫੀ ਜ਼ਿਆਦਾ ਦੌਰੇ ਆ ਰਹੇ ਸੀ, ਦਿਮਾਗ ਦੇ ਦੌਰੇ ਆ ਰਹੇ ਸੀ, ਲੀਵਰ 'ਚ ਕਾਫੀ ਜ਼ਿਆਦਾ ਇਨਫੈਕਸ਼ਨ ਸੀ, ਉਹ ਕਾਫੀ ਚੀਜ਼ਾਂ ਇਹਨਾਂ ਦੀਆਂ ਘੱਟ ਚੁੱਕੀਆਂ ਹੈ, ਕਾਫੀ ਸੁਧਾਰ ਹੈ। ਹਾਂਜੀ, ਇੱਥੇ ਡਾਕਟਰ ਸਾਹਿਬ ਮੈਂ ਆਪ ਜੀ ਨੂੰ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਵਾਂ ਕਿ ਜਿਵੇਂ ਆਪ ਜੀ ਨੇ ਦੱਸਿਆ ਹੈ ਕਿ ਸੰਗਤ ਏਡ ਵੱਲੋਂ NGO ਵੱਲੋਂ ਭੈਣ ਜੀ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ,
ਕਿ ਆਪ ਜੀ ਦੀ ਨਜ਼ਰ ਦੇ ਵਿੱਚ ਇਹੋ ਜਿਹੇ ਕਿੰਨੇ ਕੁ ਕੇਸ ਆ ਜਾਂਦੇ ਨੇ ਜਿਹੜੇ ਪੈਸੇ ਕਰਕੇ ਵੀ ਇਲਾਜ ਪੱਖੋਂ ਰਹਿ ਜਾਂਦੇ ਨੇ ਤੇ ਜਿਨ੍ਹਾਂ ਦੀ ਡੈਥ ਹੋ ਜਾਂਦੀ ਹੈ ਡਾਕਟਰ ਸਾਹਿਬ? ਹਾਂਜੀ ਵੀਰ ਜੀ, ਹੁਣੀ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ। ਇੱਥੇ ਇੱਕ ਭੈਣ ਸੀ 15 ਸਾਲ ਦੀ ਲੜਕੀ, ਜੋ ਕਿ ਬਹੁਤ ਗਰੀਬ ਘਰ ਦੇ ਸੀ, ਸੋ ਕਿ ਉਹ ਕਾਫੀ ਦਿਨ ICU ਦੇ ਵਿੱਚ ਰਹੇ ਵੀ ਆ, ਪਰ ਉਹਨੂੰ ਹੋਰ ਵੀ ICU ਦੀ ਲੋੜ ਸੀ, ਪਰ ਉਹ ਪੈਸਿਆਂ ਪੱਖੋਂ ਉਸ ਕੁੜੀ ਦਾ ਇਲਾਜ ਨਹੀਂ ਕਰਾ ਸਕੇ ਅਤੇ ਉਹ ਉਹਨਾਂ ਨੂੰ ਘਰ ਲੈ ਕੇ ਜਾ ਹੀ ਰਹੇ ਸੀ ਅਤੇ ਰਾਸਤੇ ਵਿੱਚ ਜਾਂਦੇ ਜਾਂਦੇ ਉਹ ਡੈਥ ਹੋ ਗਈ। ਸੋ ਜੋ ਕਿ ਜਿਵੇਂ ਇਹਨਾਂ ਦਾ ਹੈ, ਇਹਨਾਂ ਨੂੰ ਹੁਣ ਜੇ ਸੰਗਤ ਏਡ ਵੱਲੋਂ ਸਹਿਯੋਗ ਨਾ ਮਿਲਦਾ ਤੇ ਸ਼ਾਇਦ ਇਹਨਾਂ ਨਾਲ ਵੀ ਉਹੀ ਘਟਨਾ ਵਾਪਰ ਸਕਦੀ ਸੀ। ਤੇ ਇੱਕ ਦਿਨ ਦੀ 5000 ਰੁਪਏ ਦੀ ਬੈੱਡ ਦੀ ਜਿਹੜੀ ਆ ਉਹ ਰੈਂਟ ਆ, ਤੇ ਇੱਥੇ ਡਾਕਟਰ ਸਾਹਿਬ ਨਹੀਂ ਕਹਿ ਰਹੇ ਸੀ ਕਿ ਇਹਨਾਂ ਨੂੰ 3 ਇੰਜੈਕਸ਼ਨ ਲੱਗਣੇ ਨੇ, ਜਿਨ੍ਹਾਂ ਦੀ ਕੀਮਤ ਇੱਕ ਇੰਜੈਕਸ਼ਨ ਦੀ ਟੀਕੇ ਦੀ 5500 ਰੁਪਈਆ ਹੈ। ਤੇ ਦੂਸਰੀ ਗੱਲ ਡਾਕਟਰ ਸਾਹਿਬ ਨੇ ਆਪ ਜੀ ਨੇ ਨਾਲ ਸਾਂਝੀ ਕੀਤੀ ਕਿ ਇੱਥੇ ਬਹੁਤ ਨੇ ਜਿਹੜੇ ਪੈਸੇ ਦੀ ਖਾਤਰ, ਭੁੱਖਮਰੀ ਦੀ ਖਾਤਰ, ਆਪਣੇ ਹਾਲਾਤਾਂ ਖਾਤਰ ਧੀਆਂ ਪੁੱਤਾਂ ਨੂੰ ਇੱਥੋਂ ਲੈ ਜਾਂਦੇ ਨੇ, ਪਰ ਰਸਤੇ ਦੇ ਵਿੱਚ ਹੀ ਦਮ ਤੋੜ ਦਿੰਦੇ ਨੇ। ਸੋ ਸਾਧ ਸੰਗਤ ਜੀ, ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਆਪ ਜੀ ਨੇ ਇੰਨਾ ਸੋਹਣਾ ਉਦਮ ਉਪਰਾਲਾ ਕਰ ਰਹੇ, ਜੋ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਰਹੇ। ਜੋ ਸਾਧ ਸੰਗਤ ਜੀ, ਆਪ ਜੀ ਇਸੇ ਤਰ੍ਹਾਂ ਹੋਰ ਸਹਿਯੋਗ ਕਰੋ ਤਾਂ ਜੋ ਅਸੀਂ ਹੋਰਾਂ ਦੀ ਵੀ ਬਾਂਹ ਫੜ ਸਕੀਏ। ਜੋ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ, ਅਸੀਂ ਉਸ ਨੂੰ ਹੋਰ ਵੱਡੇ ਤੌਰ 'ਤੇ, ਜਿਵੇਂ ਕਿਸੇ ਨੇ ਪੁੱਛਿਆ ਵੀ ਗੁਰੂ ਨਾਨਕ ਦਾ ਘਰ ਕਿਹੜਾ, ਕਹਿੰਦੇ ਜਿਹਦਾ ਖੁੱਲ੍ਹਾ ਵਿਹੜਾ। ਵੀ ਗੁਰੂ ਨਾਨਕ ਦਾ ਉਹ ਘਰ ਹੈ ਜਿਹਦਾ ਖੁੱਲ੍ਹਾ ਵਿਹੜਾ, ਜਿਹੜਾ ਮਰਜ਼ੀ ਉਹਦੇ ਘਰ ਦੇ ਵਿੱਚ ਆ ਸਕਦਾ। ਸੋ ਸਾਧ ਸੰਗਤ ਜੀ, ਬਹੁਤ ਬਹੁਤ ਸ਼ੁਕਰਾਨਾ ਅਕਾਲ ਪੁਰਖ ਦਾ ਤੇ ਆਪ ਸਭ ਸੰਗਤ ਦਾ, ਜਿਵੇਂ ਸਤਿਗੁਰਾਂ ਦੀ ਬਾਵਨ ਬਾਣੀ ਦਾ ਵਾਕ ਹੈ ਜੀ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸਾਧ ਸੰਗਤ ਜੀ, ਇਸੇ ਹੀ ਤਰ੍ਹਾਂ ਆਪ ਹੋਰ ਉਦਮ ਉਪਰਾਲਾ ਕਰਕੇ ਗਰੀਬ ਗੁਰਬੇ ਦੀ ਬਾਂਹ ਕਰੋ। ਸਾਡੇ ਕੋਲ ਭੈਣ ਜੀ ਨਵਦੀਪ ਕੌਰ ਹੋਣਾ ਦੇ ਫਾਦਰ ਸਾਹਿਬ ਭਾਈ ਗੁਲਜ਼ਾਰ ਸਿੰਘ ਜੀ ਖਾਲਸਾ ਸਾਡੇ ਨਾਲ ਪਹੁੰਚੇ ਨੇ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨੇ ਕੁ ਦਿਨਾਂ ਤੋਂ ਤੁਸੀਂ ਇੱਥੇ ਆਏ ਹਸਪੀਟਲ ਦੇ ਵਿੱਚ ਜੀ? ਇੱਥੇ ਬਾਹਰੋਂ 15-16 ਦਿਨ ਹੋ ਗਏ ਆ। ਹਾਂਜੀ। ਤੇ ਕੋਈ ਅਜੇ ਸੋਝੀ ਨਹੀਂ, ਮਤਲਬ ਪਛਾਣ ਨਹੀਂ ਕਰਦੀ। ਤੇ ਅਸੀਂ ਤੇ ਗਰੀਬ ਬੰਦੇ ਆ, ਅਸੀਂ ਤੇ ਵਿਚਾਰੇ ਜਿਹੜੀ ਮਿਹਨਤ ਕਰਦੇ ਆ ਉਹੀ ਅਸੀਂ ਵਰਤ ਲੈਂਦੇ ਰਹੇ ਆ। 6ਵੀਂ ਜਮਾਤ 'ਚ ਪੜ੍ਹਦੀ ਜਦੋਂ ਦੀ ਜ਼ਿਆਦਾ ਢਿੱਲੀ ਹੋਈ ਆ, ਤੇ ਘਰ ਵੀ ਸਾਡਾ ਉਸ ਤਰ੍ਹਾਂ ਦਾ ਨਹੀਂ ਬਣਿਆ, ਤੇ ਪਰਿਵਾਰ ਵੀ ਉਸ ਤਰ੍ਹਾਂ ਹੀ ਹਿਸਾਬ ਨਾਲ ਕਿਦੋਂ ਗਾੜੀ ਕਾਰੋਬਾਰ ਦਾ ਕੋਈ ਸਾਡਾ ਕੋਈ ਚੱਕਰ ਨਹੀਂ ਆ। ਤੇ ਇਹਦੇ 'ਤੇ ਜਿਹੜੀ ਲੜਕੀ ਸਾਡੀ ਇਹ ਬੜੇ ਚਿਰ ਦੀ ਢਿੱਲੀ ਆ, ਤੇ ਹੁਣ ਪਿਆਰੀ ਸਾਧ ਸੰਗਤ ਜੀ ਤੇ ਹੁਣ ਜ਼ਿਆਦਾ ਹੋ ਗਈ ਆ। ਅੱਗੇ ਚਲੋ ਦਵਾਈ ਦੂਈ ਕਰਾਉਂਦੇ ਰਹੇ, ਕਦੀ ਕਿਤੇੋਂ ਕਦੀ ਕਿਤੇੋਂ ਕਦੀ ਕਿਤੇੋਂ, ਤੇ ਨਾ ਕੰਮ ਤੇ ਜਾਂਦੇ ਰਹੇ। ਸਾਨੂੰ 24 ਘੰਟੇ ਇਹਨੂੰ ਵਿਚਾਰੀ ਨੂੰ ਦੌਰਾ ਪੈ ਜਾਣਾ ਤੇ ਢਿੱਲੀ ਮੱਠੀ ਹੋ ਜਾਣਾ। ਤੇ ਪਿਆਰੀ ਸਾਧ ਸੰਗਤ ਜੀ, ਉਸ ਤੋਂ ਬਾਅਦ ਅਸੀਂ ਆ ਥੋੜ੍ਹੇ ਦਿਨ ਹੋ ਗਏ, 15-16 ਦਿਨ, ਤੇ ਵੱਡਾ ਸਾਰਾ ਕੋਈ ਦੌਰਾ ਪੈ ਗਿਆ। ਪਤਾ ਨਹੀਂ ਸਾਨੂੰ ਕੀ ਹੁਣ ਦੁੱਖ ਤੇ ਕੀ ਨਹੀਂ। ਤੇ ਪਿਆਰੀ ਸਾਧ ਸੰਗਤ ਜੀ, ਉਹ ਵਿਚਾਰੀ ਹਸਪਤਾਲ ਦੇ ਵਿੱਚ ਅਜੇ ਕੋਈ ਪਛਾਣ ਨਹੀਂ ਕਰਦੀ, ਨਾ ਗੱਲ ਹੀ ਕਰਦੀ ਆ। ਤੇ ਇਹ ਚਲੋ ਸਾਧ ਸੰਗਤ ਦੇ ਵੱਲੋਂ ਨੇ, ਤੋਹਾਂ ਸਾਧ ਸੰਗਤ ਨੇ ਕਰਨਾ ਵਾ। ਤੇ ਪਿਆਰੀ ਸਾਧ ਸੰਗਤ ਜੀ, ਸਾਡੇ ਕੋਲ ਤੇ ਕੋਈ ਇਹੋ ਜਿਹੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਆਖਾਂਗੇ ਵੀ ਅਸੀਂ ਚੱਲ ਦੇ ਕੇ ਤੇ ਅਸੀਂ ਆਪਣਾ ਇਲਾਜ ਕਰਾ ਲਾਂਗੇ। ਤੇ 4.5 ਲੱਖ ਰੁਪਈਆ ਅੱਜ ਤੱਕ 16-17 ਦਿਨਾਂ 'ਚ ਹੋ ਗਿਆ, ਉਹ 15-16 ਸਾਲਾਂ 'ਚ। ਤੇ ਪਿਆਰੀ ਸਾਧ ਸੰਗਤ ਜੀ, ਅਸੀਂ ਤੇ ਦੇ ਨਹੀਂ ਸਕਦੇ, ਗਰੀਬ ਬੰਦੇ ਆ। ਤੇ ਸਾਧ ਸੰਗਤ ਦਾ ਹੀ ਆ, ਤੇ ਗੁਰੂ ਪਾਤਸ਼ਾਹ ਦਾ, ਗੁਰੂ ਪਾਤਸ਼ਾਹ ਨੇ ਜਾਂ ਸਾਧ ਸੰਗਤ ਜਿਹੜੀ ਵੱਡੀ ਗਿਣੀ ਗਈ ਆ, ਤੇ ਪਿਆਰੀ ਸਾਧ ਸੰਗਤ ਜੀ, ਇਹ ਸਾਧ ਸੰਗਤ ਹੀ ਕਰ ਸਕਦੀ ਆ। ਤੇ ਪਿਆਰੀ ਸਾਧ ਸੰਗਤ ਜੀ, ਅੱਜ ਤੱਕ ਸਾਨੂੰ ਇਹ ਸੁਣਿਆ ਵਾ ਕਿ ਇਹਦਾ ਵਿਚਾਰੀ ਦਾ 4 ਲੱਖ ਰੁਪਈਆ ਇੱਥੇ ਬਣ ਚੁੱਕਾ ਵਾ। ਤੇ ਸਾਧ ਸੰਗਤ ਨੇ ਕਿਰਪਾ ਕਰਨੀ ਆ, ਸਾਧ ਸੰਗਤ ਹੀ ਕਰ ਸਕਦੀ ਆ। ਤੇ ਸਾਨੂੰ ਅਜੇ ਤੱਕ ਤੇ ਕੋਈ ਗੱਲਬਾਤ ਨਹੀਂ ਆ, ਪਰ ਥੋੜ੍ਹਾ ਜਿਹਾ ਫਰਕ ਪਿਆ ਵੀ ਆ, ਕੋਈ ਵੇਂਹਦੀ ਆ ਵਿਚਾਰੀ ਮਾੜਾ ਮੋੜ, ਪਰ ਅਜੇ ਗੱਲਬਾਤ ਨਹੀਂ ਕਰ ਸਕਦੀ। ਤੇ ਜੇ ਹੁਣ ਸਾਨੂੰ ਕੋਈ ਕਵੇ ਵੀ ਇਹਨੂੰ ਲੈ ਜਾਓ ਜਾਂ ਕਿੱਦਾਂ ਕਿਸੇ ਬੰਨੇ, ਤੇ ਅਸੀਂ ਖੜ ਨਹੀਂ ਸਕਦੇ। ਤੇ ਪਿਆਰੀ ਸਾਧ ਸੰਗਤ ਜੀ, ਸੰਗਤ ਨੇ ਇਲਾਜ ਕਰਾਉਣਾ ਵਾ, ਸੰਗਤ ਹੀ ਸਭ ਕੁਝ ਕਰ ਸਕਦੀ। ਗੁਰੂ ਪਾਤਸ਼ਾਹ ਕਰ ਸਕਦਾ ਵਾ ਜਾਂ ਸੰਗਤ ਕਰ ਸਕਦੀ ਆ, ਅਸੀਂ ਤੇ ਕੋਈ ਸਾਡੇ ਨਹੀਂ ਕੋਈ ਵੱਸ ਦੀ ਗੱਲ। ਤੇ ਪਿਆਰੀ ਸਾਧ 3 ਬੱਚੇ ਵਿਚਾਰੀ ਦੇ, 2 ਕਾਕੇ ਆ, 1 ਗੁੱਡੀ ਆ। ਉਹ ਬੱਚੇ ਰੋਜ਼ ਵਿਚਾਰੇ ਕਹਿੰਦੇ ਆ, ਉਹਨਾਂ ਵਿਚਾਰਿਆਂ ਤੋਂ ਰਾਤ ਢਿੱਲੀ ਹੋਈ, ਸਵੇਰੇ ਦੁਪਹਿਰੇ ਜੇ ਤੇ ਮੁੜ ਕੇ ਅਸੀਂ ਜ਼ਿਆਦਾ ਢਿੱਲੀ ਹੋ ਗਈ ਬਹੁਤੀ। ਡਾਕਟਰ ਕੋਲੋਂ ਖੜੀ ਰਾਤ ਸੁੱਤਿਆਂ ਦੇ ਅਸੀਂ ਖੜੀ ਆ, ਤੇ ਉੱਦਾਂ ਦੇ ਵਿਚਾਰੇ ਬੱਚੇ ਕਹਿੰਦੇ ਅਸੀਂ ਮਾਂ ਵੇਖਣੀ ਆ, ਅਸੀਂ ਮੰਮੀ ਵੇਖਣੀ ਆ। ਤੇ ਪਿਆਰੀ ਸਾਧ ਸੰਗਤ ਜੀ, ਉਹ ਵਿਚਾਰੇ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਅੰਦਰ ਬੱਚਾ ਨਹੀਂ ਜਾਣ ਦੇਣਾ, ਤੇ ਅਸੀਂ ਉਹਨਾਂ ਨੂੰ ਲਿਆ ਨਹੀਂ ਸਕਦੇ। ਘਰ ਅਸੀਂ ਤਾਂ ਨਹੀਂ ਜਾਂਦੇ, ਜਦੋਂ ਜਾਂਦੇ ਮਗਰ ਪੈਂਦੇ ਆ। ਸਾਡੇ ਮਨ ਨੂੰ ਦੁੱਖ ਆਉਂਦਾ ਵੀ ਨਿੱਕੇ ਬੱਚੇ ਆ, ਤੇ ਕਿੱਦਾਂ ਕਦੇ ਘੜੀ ਨਹੀਂ ਵਿਛੋੜਾ ਖਾਂਦੇ ਮਾਂ ਤੋਂ। ਤੇ ਬੜੀ ਪਿਆਰੀ ਸਾਧ ਸੰਗਤ ਦੀ, ਇਹ ਸਾਨੂੰ ਬਹੁਤ ਦੁੱਖ ਆ ਇਹ ਗੱਲ ਦਾ। ਤੇ ਅਸੀਂ ਤੇ ਗਰੀਬ ਆਦਮੀ ਆ,
ਸਾਡੇ ਕੋਲ ਕੋਈ ਨਹੀਂ ਇਲਾਜ ਹੋ ਸਕਦਾ। ਪਿਆਰੀ ਸਾਰੀ ਸਾਧ ਸੰਗਤ ਨੇ ਕਰਨਾ ਜਾਂ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨੇ ਕਰਨਾ ਹੈ। ਅਸੀਂ ਤੇ ਪਿਆਰੀ ਸਾਧ ਸੰਗਤ ਜੀ ਜੋ ਸੰਗਤ ਆ ਜਾਂ ਗੁਰੂ ਆ ਤੇ ਇਹਨਾਂ ਦੇ ਜੋ ਵੀ ਕਰ ਸਕਦੇ ਅਸੀਂ ਤੇ ਪਿਆਰੀ ਸਾਧ ਸੰਗਤ ਜੀ ਕੋਈ ਇਲਾਜ ਨਹੀਂ ਕਰ ਸਕਦੇ। ਤੇ ਪਿਆਰੀ ਸਾਧ ਸੰਗਤ ਜੀ ਸਾਡੇ ਕੋਲ ਹੀ ਵਿਚਾਰੀ ਜ਼ਿਆਦਾ ਰਹਿੰਦੀ ਆ ਤੇ ਬੱਚੇ ਮਤਲਬ ਵੀ ਉੱਥੇ ਜਾਂਦੀ ਆ ਤੇ ਉਹ ਫਿਰ ਸਾਡੇ ਕੋਲ ਵਿਚਾਰੀ ਆ ਜਾਂਦੀ ਆ। ਫਿਰ ਅਸੀਂ ਕਹਿੰਦੇ ਆ ਵੀ ਨਹੀਂ ਵੀ ਹੁਣ ਕਿੱਥੇ ਵਿਚਾਰੀ ਜਾਵੇ, ਮਾਪਿਆਂ ਕੋਲ ਹੀ ਆਉਣਾ ਜੋ ਉਹਨਾਂ ਨੇ ਉੱਥੋਂ ਘੱਲਿਆ ਤੇ ਮਾਪਿਆਂ ਕੋਲ ਹੀ ਆਉਣਾ। ਤਾਂ ਅਸੀਂ ਤੇ ਪਿਆਰੀ ਸਾਧ ਸੰਗਤ ਜੀ ਇਹਨਾਂ ਵਿੱਚ ਵੀ ਕਈ ਥਾਈਂ ਅਸੀਂ ਕੰਮ 'ਤੇ ਵੀ ਜਾਂਦੇ ਆ ਤੇ ਫਿਰ ਮੁੜ ਕੇ ਸਾਨੂੰ ਸੁਨਾਹ ਮਿਲ ਜਾਂਦਾ ਵੀ ਛੇਤੀ ਆਓ ਕੁੜੀ ਜ਼ਿਆਦਾ ਢਿੱਲੀ ਹੋ ਗਈ ਆ ਤੇ ਨਾ ਹੀ ਕੰਮ ਕਰਨ ਜੋਗੇ ਨਾ ਹੀ ਉੱਧਰ ਜੋਗੇ ਆ। ਪਿਆਰੀ ਸਾਧ ਸੰਗਤ ਜੀ ਚੜ੍ਹਦੀ ਕਲਾ ਦੇ ਨਾਲ ਸਾਧ ਸੰਗਤ ਨੇ ਜੋ ਕਰਨਾ ਹੈ ਗੁਰੂ ਪਾਤਸ਼ਾਹ ਨੇ ਕਰਨਾ ਹੈ। ਅਸੀਂ ਤਾਂ ਕੋਈ ਪਿਆਰੀ ਸਾਧ ਸੰਗਤ ਜੀ ਕਰ ਨਹੀਂ ਸਕਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰ ਵਾਲਿਓ, ਇਹ ਸਨ ਭੈਣ ਨਵਦੀਪ ਕੌਰ ਹੋਣਾ ਦੇ ਫਾਦਰ ਸਾਹਿਬ। ਤੁਸੀਂ ਦੇਖਿਆ ਹੈ ਇਹਨਾਂ ਦੀ ਅੱਖਾਂ ਦੇ ਵਿੱਚ ਕਿੰਨਾ ਦਰਦ ਚੱਲ ਰਿਹਾ ਹੈ। ਤੇ ਜਿਹੜੀ ਗੱਲ ਦਿੱਤੀ ਮੇਰੇ ਮਨ ਨੂੰ ਵੀ ਬੜੀ ਤੁੰਬੀ ਸੰਗਤ ਜੀ ਵੀ ਬਾਬਾ ਜੀ ਹੁਣੀ ਕਹਿ ਰਹੇ ਸੀ ਕਿ ਜਦੋਂ ਅਸੀਂ ਘਰੇ ਜਾਂਦੇ ਆ ਤਾਂ ਬੱਚੇ ਸਾਨੂੰ ਪੁੱਛਦੇ ਨੇ ਕਿ ਸਾਡੀ ਮਾਂ ਕਿੱਥੇ। ਸੋ ਗੁਰੂ ਪਿਆਰ ਵਾਲਿਓ, ਇਸ ਦਰਦ ਨੂੰ ਜਾਂ ਤੁਸੀਂ ਸਮਝ ਸਕਦੇ ਜੀ ਤੇ ਜਾਂ ਦਰਦ ਨੂੰ ਮੇਰਾ ਗੁਰੂ ਹੀ ਸਮਝ ਸਕਦਾ ਹੈ ਕਿ ਉਹਨਾਂ ਦੇ ਬੱਚਿਆਂ ਦੇ ਮਨ ਦੇ ਵਿੱਚ ਕੀ ਭਾਵਨਾ ਆਉਂਦੀ। ਇੱਕ ਸ਼ਾਇਰ ਦੇ ਬੜੇ ਕੀਮਤੀ ਬੋਲ ਨੇ, ਕਹਿੰਦੇ ਲਫ਼ਜ਼ਾਂ ਦੀ ਕਮੀ ਨਹੀਂ ਹੁੰਦੀ ਪਿਆਰ ਨੂੰ ਬਿਆਨ ਕਰਨ ਲਈ, ਪਰ ਜੋ ਖਾਮੋਸ਼ੀ ਨਹੀਂ ਸਮਝਦੇ ਉਹ ਲਫ਼ਜ਼ ਕਿੱਥੋਂ ਸਮਝਣਗੇ। ਕਈ ਵਾਰੀ ਚੁੱਪ ਵੀ ਬਹੁਤ ਕੁਝ ਦਰਦ ਨੂੰ ਬਿਆਨ ਕਰਦੀ ਏ, ਅੰਦਰ ਦੇ ਜਿਹੜੇ ਤੂਫਾਨ ਉੱਠ ਰਹੇ ਹੁੰਦੇ ਨੇ। ਸੋ ਸਾਧ ਸੰਗਤ ਜੀ, ਆਪ ਜੀ ਦੀ ਕਿਰਪਾ ਤੇ ਸਹਿਯੋਗ ਸਦਕਾ ਤੇ ਗੁਰੂ ਸਾਹਿਬ ਜੀ ਦਾ ਆਸਰਾ ਸਦਕਾ ਭੈਣ ਨਵਦੀਪ ਕੌਰ ਦੀ ਸਿਹਤ ਦੇ ਵਿੱਚ ਕੁਝ ਸੁਧਾਰ ਏ ਤੇ ਅੱਗੇ ਵੀ ਆਸ ਕਰਦੇ ਹਾਂ ਆਪ ਇਸੇ ਹੀ ਤਰ੍ਹਾਂ ਭੈਣ ਨਵਦੀਪ ਕੌਰ ਦਾ ਸਾਧ ਸੰਗਤ ਜੀ ਸਾਥ ਦਿਓਗੇ। ਸੋ ਅੱਜ ਅਸੀਂ ਜਿਸ ਜਗ੍ਹਾ 'ਤੇ ਖਲੋਤੇ ਹਾਂ ਇਹ ਜਗ੍ਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਹਸਪੀਟਲ ਹੈ। ਇਹ ਤੁਸੀਂ ਦੇਖ ਰਹੇ ਹੋ, ਇੱਥੇ ਜੋ ਵੀ ਗਰੀਬ ਗੁਰਬਾ ਰਹਿੰਦੇ ਨੇ ਜਾਂ ਮਰੀਜ਼ਾਂ ਦੇ ਨਾਲ ਹੁੰਦੇ ਨੇ ਉਹਨਾਂ ਦੇ ਸੌਣ ਦਾ ਪ੍ਰਬੰਧ, ਨਾਲ ਹੀ ਬਾਬਾ ਜੀ ਉਹਨਾਂ ਨੇ ਲੰਗਰ ਦਾ ਪ੍ਰਬੰਧ ਵੀ ਕੀਤਾ ਹੈ ਕਿ ਜੋ ਦੂਰੋਂ ਆਣ ਕੇ ਇਲਾਜ ਕਰਵਾਉਂਦੇ ਨੇ, ਕਿਉਂਕਿ ਤਰਨਤਾਰਨ ਸ਼ਹਿਰ ਦੇ ਵਿੱਚ ਇਕਲੌਤਾ ਇੱਕੋ ਇਹੀ ਹਸਪੀਟਲ ਵੱਡਾ ਹੈ ਜਿੱਥੇ ਸਾਰੀਆਂ ਫੈਸਿਲਿਟੀਆਂ ਸਾਰੀਆਂ ਸਹੂਲਤਾਂ ਮਿਲਦੀਆਂ ਨੇ। ਸੋ ਸਾਧ ਸੰਗਤ ਜੀ, ਮਹਾਂਪੁਰਖਾਂ ਦਾ ਇਹ ਬਹੁਤ ਹੀ ਸੋਹਣਾ ਉਪਰਾਲਾ ਹੈ ਜਿੱਥੇ ਗਰੀਬ ਗੁਰਬਾ ਦੂਰ ਪਿੰਡਾਂ ਦੇ ਵਸਨੀਕ ਲੋਕ ਰਾਤ ਨੂੰ ਆ ਜਾ ਨਹੀਂ ਸਕਦੇ ਮਰੀਜ਼ ਨੂੰ ਮਿਲਣ ਲਈ, ਕਿਉਂਕਿ ਦੁਰੇਟ ਦਾ ਦੂਰ ਦਾ ਪੰਧ ਹੁੰਦਾ ਹੈ। ਇਸ ਕਰਕੇ ਮਹਾਂਪੁਰਖਾਂ ਨੇ ਬੜਾ ਹੀ ਸੋਹਣਾ ਰਾਤ ਨੂੰ ਵਿਸ਼ਰਾਮ ਕਰਨ ਦਾ ਇੱਥੇ ਪ੍ਰਬੰਧ ਕੀਤਾ ਹੈ ਤੇ ਨਾਲ ਹੀ ਲੰਗਰ ਪ੍ਰਸ਼ਾਦੇ ਪਾਣੀ ਦਾ 24 ਘੰਟੇ ਹੀ ਮਹਾਂਪੁਰਖਾਂ ਵੱਲੋਂ ਚਲਾਇਆ ਜਾਂਦਾ ਹੈ। ਸੋ ਸਾਧ ਸੰਗਤ ਜੀ, ਅਖੀਰ ਦੇ ਵਿੱਚ ਮੈਂ ਇਹੀ ਬੇਨਤੀ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਕਰਨਾ ਚਾਹੁੰਦਾ ਹੈ, ਇੱਕ ਦੂਜੇ ਦੀਆਂ ਬਾਹਾਂ ਬਣੀਏ। ਮਹਾਰਾਜ ਦੀ ਬਾਣੀ ਨੇ ਜਿਵੇਂ ਸਾਨੂੰ ਸਮਝਾਇਆ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀ, ਉਹ ਵੀ ਸੰਗਤਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਹੀ ਵਸ ਰਹੇ ਨੇ। ਸਾਧ ਸੰਗਤ ਜੀ, ਸੋ ਇੱਕ ਦੂਜੇ ਦੀਆਂ ਬਾਹਾਂ ਬਣ ਕੇ ਤੇ ਇੱਕ ਦੂਜੇ ਦਾ ਅਸੀਂ ਸਾਥ ਦਈਏ ਤਾਂ ਜੋ ਅਸੀਂ ਹੋਰ ਗਰੀਬ ਗੁਰਬੇ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਸਕੀਏ। ਅੰਤ ਵਿੱਚ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ। ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਏਡ ਮੈਡੀਕਲ ਕੇਅਰ ਫੰਡ ਨਾਲ ਜੁੜੀਆਂ ਹੋਈਆਂ ਸਮੂਹ ਸੰਗਤਾਂ ਨੂੰ ਇੱਕ ਵਾਰੀ ਫੇਰ ਲੈ ਕੇ ਆਏ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਤਰਨਤਾਰਨ ਵਿਖੇ, ਜਿੱਥੇ ਭੈਣ ਮਨਦੀਪ ਕੌਰ ਜੋ ਪਿਛਲੇ 21-22 ਦਿਨਾਂ ਤੋਂ ਜੇਰੇ ਇਲਾਜ ਸਨ, ਕਾਫੀ ਜਿਹੜਾ ਪ੍ਰੋਬਲਮ 'ਚ ਰਹੇ ਨੇ। ਜਦੋਂ ਸਾਡੇ ਕੋਲ ਆਏ ਸੀਗੇ ਬਿਲਕੁਲ ਹੋਸ਼ ਨਹੀਂ ਸੀਗਾ ਇਹਨਾਂ ਨੂੰ ਹੈਗਾ, ਤੇ ਡਾਕਟਰਾਂ ਦੀ ਮਿਹਨਤ ਸਦਕਾ ਅੱਜ ਕਾਫੀ ਜਿਹੜੇ ਇਹਨਾਂ ਦੀ ਵਾਪਸੀ ਹੋਈ ਆ। ਕਹਿ ਸਕਦੇ ਹਾਂ ਕਿ ਦੂਜਾ ਜਨਮ ਜਿਹੜਾ ਇਹਨਾਂ ਦਾ ਹੋਇਆ ਹੈ। ਤੇ ਅੱਜ ਭੈਣ ਜੀ ਹੋਰਾਂ ਨੂੰ ਛੁੱਟੀ ਮਿਲ ਰਹੀ ਸੀਗੀ ਤੇ ਇਸ ਵਾਸਤੇ ਅਸੀਂ ਆਪ ਜੀ ਕੋ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ। ਇਹਨਾਂ ਦਾ ਜੋ ਖਰਚਾ ਹੈ ਸੰਗਤ ਨਾਲ ਅਸੀਂ ਸਾਂਝ ਕਰਨੀ ਚਾਹਾਂਗੇ ਕਿ ਘੱਟੋ ਘੱਟ ਲਮਸਮ 5.5 ਲੱਖ ਦੇ ਕਰੀਬ ਜੋ ਭੈਣ ਜੀ ਦਾ ਜਿਹੜਾ ਖਰਚਾ ਜਿਹੜਾ ਜੋ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਦੇ ਨਾਲ ਜਿਹੜੀਆਂ ਸੰਗਤਾਂ ਜੁੜੀਆਂ ਹੋਈਆਂ ਨੇ ਉਹਨਾਂ ਵੱਲੋਂ ਭੈਣ ਜੀ ਦਾ ਇਲਾਜ ਕਰਵਾਇਆ ਗਿਆ ਹੈ। ਇਹਨਾਂ ਦੇ ਪਿਤਾ ਭਾਈ ਗੁਲਜ਼ਾਰ ਸਿੰਘ ਜੀ ਜੋ ਗੁਰਸਿੱਖੀ ਬਾਣੀ ਵਿੱਚ ਨੇ, ਉਹ ਸਾਡੇ ਕੋਲ ਲੈ ਕੇ ਆਏ ਸਨ। ਆਪ ਜੀ ਦੀ ਜਿਹੜੀ 10 ਨੌਆਂ ਦੀ ਕਿਰਤ ਸਦਕਾ ਅੱਜ ਭੈਣ ਜੀ ਹੋਸ਼ ਵਿੱਚ ਨੇ ਤੇ ਆਪਣੇ ਘਰ ਜਾ ਰਹੇ ਨੇ। ਤੇ ਜਿਹੜਾ ਇਹਨਾਂ ਦਾ ਹੋਰ ਇਲਾਜ ਅਜੇ ਦਵਾਈ ਜਿਹੜੀ ਉਹ ਚੱਲਦੀ ਰਹੇਗੀ ਤੇ ਅੱਜ ਜਿਹੜੀ ਇਹਨਾਂ ਨੂੰ ਛੁੱਟੀ ਜਿਹੜੀ ਮਿਲ ਜਾਣੀ ਹੈ। ਵੀਰ ਜੀ, ਤੁਸੀਂ ਇੱਥੇ ਸਾਰਾ ਦੇਖ ਰੇਖ ਕਰਦੇ ਹੋ, ਨਾਲ ਜੋ ਮਰੀਜ਼ ਇੱਥੇ ਦਾਖਲ ਹੁੰਦੇ ਨੇ, ਜਿਹੜੇ ਇਹੋ ਜਿਹੇ ਮਰੀਜ਼ ਹੁੰਦੇ ਨੇ ਭਾਜੀ, ਕਿਸ ਤਰ੍ਹਾਂ ਇਹ ਵਾਲੀ ਜਿਹੜੀ ਇਹਨਾਂ ਦੇ ਗਲੇ 'ਚ ਲੱਗਿਆ ਹੋਇਆ ਹੈ, ਇਹ ਕਿੰਨੇ ਦਿਨ ਤੱਕ ਕਿਸ ਤਰ੍ਹਾਂ ਰਹਿੰਦੀ ਹੈ, ਕਿਸ ਤਰ੍ਹਾਂ ਇਹਨੂੰ ਫਿਰ ਰਿਮੂਵ ਕਰਨਾ ਹੁੰਦਾ ਹੈ? ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਜੀ, ਸਾਡੇ ਕੋਲ ਪੇਸ਼ੈਂਟ ਸੀਜ਼ਰ ਦੀ ਕੰਪਲੇਨ ਨਾਲ
ਜਿਹਨੂੰ ਕਿ ਆਪਾਂ ਕਹਿ ਸਕਦੇ ਹਾਂ ਕਿ ਦੌਰੇ ਪੈਂਦੇ ਸੀ, ਉਹਦੇ ਨਾਲ ਪੇਸ਼ੈਂਟ ਆਪਣੇ ਕੋਲ ਤਕਰੀਬਨ 20-21 ਦਿਨ ਤੋਂ ਆਪਣੇ ਕੋਲੇ ਹੈ। ਔਰ ਇਸ ਦੇ ਵਿੱਚ ਡਾਕਟਰ ਦੀ ਟੀਮ ਵੱਲੋਂ ਔਰ ਸਾਰੇ ਸਟਾਫ ਵੱਲੋਂ ਬੜੇ ਹੀ ਲਗਨ ਨਾਲ, ਮਿਹਨਤ ਨਾਲ ਇਹਨਾਂ ਦੀ ਜਿਹੜੀ ਦੇਖਭਾਲ ਕੀਤੀ ਗਈ ਹੈ। ਔਰ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਇਹਨਾਂ ਦੀ ਟ੍ਰੈਕਿਓਸਮੀ ਹੋਈ ਹੈ, ਜਿਸ ਨੂੰ ਕਿ ਆਪਾਂ ਗਲੇ ਵਿੱਚ ਸਾਹ ਵਾਲੀ ਨਾਲੀ ਕਹਿ ਸਕਦੇ ਹਾਂ, ਉਹ ਪਾਈ ਹੋਈ ਹੈ। ਔਰ ਅੱਜ ਪੇਸ਼ੈਂਟ ਕਾਫੀ ਠੀਕ ਹੈ। ਔਰ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਆਪਾਂ ਪੇਸ਼ੈਂਟ ਨੂੰ ਛੁੱਟੀ ਦੇ ਸਕਦੇ ਹਾਂ, ਤਾਂ ਕਿ ਇਵੇਂ ਦੇ ਪੇਸ਼ੈਂਟ ਦੀ ਘਰੇ ਬੜੇ ਸਹੀ ਤਰੀਕੇ ਨਾਲ, ਬੜੇ ਹੀ ਖਿਆਲ ਦੇ ਨਾਲ ਕੇਅਰ ਕਰਨੀ ਪੈਂਦੀ ਹੈ, ਤਾਂ ਕਿ ਜੋ ਪੇਸ਼ੈਂਟ ਨੂੰ ਇੱਥੇ ਕਈ ਵਾਰੀ ਇਵੇਂ ਦੇ ਪੇਸ਼ੈਂਟ ਨੂੰ ਤਕਰੀਬਨ ਮਹੀਨਾ ਵੀ ਉਹਨਾਂ ਦੇ ਗਲੇ ਵਿੱਚ ਟਿਊਬ ਰੱਖਣੀ ਪੈਂਦੀ ਹੈ। ਇਸ ਕਰਕੇ ਆਪਾਂ ਪੇਸ਼ੈਂਟ ਨੂੰ ਭੇਜ ਸਕਦੇ ਹਾਂ ਘਰੇ, ਕਿਉਂਕਿ ਪੇਸ਼ੈਂਟ ਆਪਣੀ ਹਾਲਤ ਤੱਕ ਇਸ ਟਾਈਮ ਐਫਰਟ ਸਹੀ ਲੈ ਰਿਹਾ ਹੈ, ਸਾਹ ਸਹੀ ਲੈ ਰਿਹਾ ਹੈ, ਤਾਂ ਕਿ ਇਹਦੀ ਹੁਣ ਸਿਰਫ ਆਪਾਂ ਘਰੇ ਜਾ ਕੇ ਕੇਅਰ ਹੀ ਕਰਨੀ ਹੁੰਦੀ ਹੈ। ਤਾਂ ਜੋ ਗਲੇ ਵਿੱਚ ਨਾਲੀ ਹੈ ਉਹਦੇ ਵਾਸਤੇ ਇੱਕ ਸੈਕਸ਼ਨ ਮਸ਼ੀਨ ਆਉਂਦੀ ਹੈ। ਸੋ ਮੇਰੇ ਖਿਆਲ ਭਾਜੀ ਹੋਣਾ ਨੇ ਉਹ ਵੀ ਇਹਨਾਂ ਦਾ ਅਰੇਂਜ ਕਰਵਾ ਦਿੱਤਾ ਹੈ ਕਿ ਉਹ ਜਿਹੜੀ ਨਾਲੀ ਹੈ, ਉਹ ਜਿਹੜੀ ਮਸ਼ੀਨ ਹੈ ਗੁਰੂ ਪਿਆਰਿਓ, ਕੋਈ 5000 ਦੇ ਕਰੀਬ ਜੋ ਸੈਕਸ਼ਨ ਵਾਲੀ ਮਸ਼ੀਨ ਆ, ਜਿਹੜਾ ਇਹਨਾਂ ਦੇ ਅੰਦਰ ਰੇਸ਼ਾ ਬਣਦਾ ਉਹਨੂੰ ਕੱਢਣਾ ਹੁੰਦਾ ਰੋਜ਼ ਦੀ ਰੋਜ਼। ਤੇ ਜੋ ਨੱਕ 'ਚ ਨਾਲੀ ਲੱਗੀ ਵੀ ਇਸ ਤਰ੍ਹਾਂ ਹੀ ਲੱਗੀ ਰਹੇਗੀ, ਕਿਉਂ ਭਾਜੀ ਇਸ ਤਰ੍ਹਾਂ ਹੀ ਜਾਏਗੀ ਜੀ? ਜੀ ਜੋ ਨਾਲੀ ਲੱਗੀ ਹੋਈ ਹੈ ਨੱਕ ਦੇ ਵਿੱਚ, ਉਹਦੇ ਨਾਲ ਹੀ ਆਪਾਂ ਜੋ ਉਹਨਾਂ ਨੂੰ ਫੂਡ ਦੇ ਸਕਦੇ ਹਾਂ, ਜਿਵੇਂ ਕੋਈ ਲਿਕੁਇਡ ਚੀਜ਼ ਦੇ ਸਕਦੇ ਹਾਂ, ਤਾਂ ਕਿ ਪੇਸ਼ੈਂਟ ਆਪਣੇ ਆਪ ਮੂੰਹ ਰਾਹੀਂ ਨਹੀਂ ਲੈ ਸਕਦਾ। ਤਾਂ ਕਰਕੇ ਆਪਾਂ ਉਹ ਨੱਕ ਵਿੱਚ ਨਾਲੀ ਪਾਈ ਹੋਈ ਹੈ। ਔਰ ਜੋ ਸਾਹ ਵਾਲੀ ਆਪਾਂ ਨਾਲੀ ਪਾਈ ਹੈ, ਉਹ ਤਕਰੀਬਨ ਇਹਨਾਂ ਦੀ ਜਿਹੜੀ ਆਕਸੀਜਨ ਚੱਲ ਰਹੀ ਹੈ ਤਕਰੀਬਨ 95+ ਚੱਲ ਰਹੀ ਹੈ। ਅਗਰ ਇਸ ਤਰ੍ਹਾਂ ਪੇਸ਼ੈਂਟ ਆਪਣੇ ਆਪ ਐਫਰ ਲੈਂਦਾ ਹੈ ਤਾਂ ਆਪਾਂ ਉਹ 10-15 ਦਿਨ ਦੇ ਵਿੱਚ ਰਿਮੂਵ ਕਰ ਸਕਦੇ ਹਾਂ, ਅਗਰ ਜੇ ਕੋਈ ਦਿੱਕਤ ਨਾ ਆਵੇ ਤਾਂ। ਸੋ ਇਹ ਜਿਹੜੀ ਸਾਰੀ ਟੀਮ ਆਪ ਜੀ ਦੇਖਦੇ ਪਏ ਹੋ ਇੱਥੇ, ਡਾਕਟਰ ਰਾਘਵ ਵਾਧਵਾ ਜੀ ਇਸ ਟੀਮ ਦੇ ਨਾਲ ਜਿਹੜੀ ਮਿਹਨਤ ਕਰਕੇ ਭੈਣ ਜੀ ਹੋਰਾਂ ਨੂੰ ਇਸ ਹਾਲਤ ਵਿੱਚ ਜਿਹੜਾ ਹੁਣ ਜਿਹੜੇ ਆਪ ਜੀ ਦੇਖ ਰਹੇ ਹੋ ਕਾਫੀ ਸੁਧਾਰ ਇਸ ਹਾਲਤ ਵਿੱਚ ਆ। ਤੇ ਹੁਣ ਅੱਜ ਜਿਹੜੀ ਛੁੱਟੀ ਜਿਹੜੀ ਦੇ ਕੇ ਇਹਨਾਂ ਨੂੰ ਘਰ ਜਿਹੜਾ ਭੇਜ ਦੇਵਾਂਗੇ, ਤੇ ਜਿਹੜਾ ਪਰਿਵਾਰ ਆ ਬਾਕੀ ਕੇਅਰ ਜਿਹੜੇ ਨਾਲ ਕਰਦੇ ਰਹਿਣਗੇ, ਤੇ ਸਮੇਂ-ਸਮੇਂ ਤੇ ਜਿਹੜਾ ਇਹਨਾਂ ਨੂੰ ਭੈਣ ਜੀ ਉਹਨਾਂ ਨੂੰ ਬੁਲਾ ਕੇ ਇੱਥੇ ਜਿਹੜਾ ਡਾਕਟਰ ਰਾਘਵ ਵਾਧਵਾ ਜੀ ਆ ਉਹਨਾਂ ਦਾ ਚੈੱਕਅਪ ਕਰਦੇ ਰਹਿਣਗੇ। ਸੋ ਅਗਲੀ ਜਾਣਕਾਰੀ ਜਿਹੜੀ ਆਪ ਜੀ ਨਾਲ ਪਰਿਵਾਰ ਦੇ ਵਿੱਚ ਆਪਾਂ ਆਪ ਜੀ ਨੂੰ ਲੈ ਕੇ ਚੱਲਾਂਗੇ ਨਾਲ, ਉੱਥੇ ਭੈਣ ਜੀ ਉਹਨਾਂ ਨੂੰ ਪਰਿਵਾਰ ਦੇ ਕੋਲ ਸੌਂਪ ਕੇ ਤੇ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਪਰਿਵਾਰ ਦੀ ਉਹ ਵੀ ਜ਼ਰੂਰ ਸਮਝਾ ਕੇ ਆਵਾਂਗੇ, ਕਿਉਂਕਿ ਇਹਨਾਂ ਦਾ ਜਿਹੜਾ ਇਲਾਜ ਅਜੇ ਕਾਫੀ ਲੰਬਾ ਚੱਲਣਾ ਹੈ। ਹੋਸ਼ ਵਿੱਚ ਤੇ ਆ ਗਏ ਨੇ, ਪਰ ਜਿਹੜਾ ਇੱਥੇ ਬੈੱਡ ਦਾ ਖਰਚਾ ਜਿਹੜਾ ਪੈ ਰਿਹਾ ਸੀ ਡੇਲੀ ਦਾ, ਕਿਉਂਕਿ ਡਾਕਟਰ ਸਾਹਿਬ ਕਹਿ ਰਹੇ ਸਨ ਵੀ ਇਹਦਾ ਜਿਹੜਾ ਇਲਾਜ ਉਹ ਘਰੇ ਵੀ ਚੱਲ ਸਕਦਾ ਵਾ, ਕਿਉਂਕਿ ਕਾਫੀ ਮਰੀਜ਼ ਅਸੀਂ ਅੱਗੇ ਵੀ ਦੇਖਿਆ ਜਿਹੜੇ ਮਤਲਬ ਇਸ ਤਰ੍ਹਾਂ ਜਿਹੜੀ ਨੱਕ ਨੂੰ ਫੀਡ ਪਾਈਪ ਜਿਹੜੀ ਲੱਗੀ ਹੁੰਦੀ ਹੈ ਤੇ ਉਹ ਘਰੇ ਭੇਜ ਦਿੱਤਾ ਜਾਂਦਾ ਕਿ ਜਿਹੜੇ ਪਰਿਵਾਰ ਆਪੇ ਦੇਖ ਰੇਖ ਕਰੇ, ਤੇ ਨਾਲ ਜਿਹੜੀ ਟੀਮ ਆ ਪੂਰਾ ਸਾਥ ਦਿੰਦੀ ਆ। ਸਮੇਂ-ਸਮੇਂ ਤੇ ਜਾ ਕੇ ਉਹਨੂੰ ਦੇਖਿਆ ਵੀ ਜਾਂਦਾ ਕਿਸ ਹਾਲਤ ਵਿੱਚ ਆ। ਸੋ ਆਪ ਸੰਗਤ ਮੈਡੀਕਲ ਕੇਅਰ ਫੰਡ ਦੇ ਜਿੰਨੇ ਵੀ ਪਰਿਵਾਰਕ ਮੈਂਬਰ ਨੇ, ਅਸੀਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਜੋ ਆਪ ਜੀ ਨੇ ਜਿਹੜੀ ਆਪਣੇ 10 ਦੀ ਕਿਰਤ ਭੇਜ ਕੇ ਭੈਣ ਜੀ ਹੋਰਾਂ ਦਾ ਇਲਾਜ ਕਰਵਾਇਆ ਹੈ। ਤੇ ਅਸੀਂ ਅੱਗੇ ਵੀ ਉਮੀਦ ਕਰਦੇ ਹਾਂ ਕਿ ਭੈਣ ਜੀ ਹੋਰਾਂ ਦਾ ਇਲਾਜ ਅੱਗੇ ਵੀ ਚੱਲਣਾ ਹੈ, ਤੇ 5.5 ਲੱਖ ਦੇ ਕਰੀਬ ਜੋ ਅਸੀਂ ਇਸ ਹਸਪੀਟਲ ਦਾ ਦੇਣਾ ਹੈ, ਤੇ ਉਹ ਅਸੀਂ ਆਪ ਜੀ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਰਲ ਕੇ ਜਿਹੜਾ ਇੱਥੇ ਉਹ ਦੇਣਾ ਵਾ। ਤੇ ਬੇਨਤੀ ਕਰਦੇ ਹਾਂ ਕਿ ਆਪ ਵੱਧ ਤੋਂ ਵੱਧ ਆਪ ਦਾ ਸਹਿਯੋਗ ਕਰਕੇ ਜੋ ਇਹ ਲੋੜਵੰਦ ਗਰੀਬ ਪਰਿਵਾਰਾਂ ਦੇ ਜੋ ਮਰੀਜ਼ ਹਨ ਜਿਹੜੇ ਉਹਨਾਂ ਦਾ ਇਲਾਜ ਹੋ ਸਕੇ, ਵੱਧ ਤੋਂ ਵੱਧ ਸਹਿਯੋਗ ਕਰੋ। ਸੋ ਆਪ ਜੀ ਕੋਈ ਇੱਥੋਂ ਆਗਿਆ ਲੈਂਦੇ ਆ, ਤੇ ਹੁਣ ਕੁਝ ਸਮੇਂ ਤੱਕ ਹੀ ਜਿਹੜੀ ਐਂਬੂਲੈਂਸ ਰਾਹੀਂ ਜਿਹੜਾ ਭੈਣ ਜੀ ਉਹਨਾਂ ਦੇ ਪਰਿਵਾਰ ਤੱਕ ਘਰੇ ਪਹੁੰਚਾਇਆ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੱਸਿਆ ਇਤਿਹਾਸ ਸਾਹਮਣੇ ਕੋਈ ਨਹੀਂ ਆਉਂਦਾ ਤੇ ਮਨ ਕਿਉਂ ਮੰਦੀ ਵੀ ਖਰਾਬ ਕਰਦੀ ਪਈ ਵੇ ਰੋਣਾ ਥੋੜੀ ਅੱਜ ਤੇ ਤੁਸੀਂ ਘਰ ਆ ਗਏ ਆਪਣੇ ਵੇ ਸਾਰੇ ਤੇਰਾ ਪਤਾ ਲੈਣ ਆਏ ਇੱਥੇ ਵੀ ਹੈਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਸੰਗਤ ਏਡ ਮੈਡੀਕਲ ਕੇਅਰ ਫੰਡ ਦੀਆਂ ਜੋ ਸੇਵਾਵਾਂ ਲੈ ਕੇ ਅਸੀਂ ਪਿੰਡ ਪਿੰਡ ਗਰੀਬ ਗੁਰਬੇ ਲੋੜਵੰਦ ਤੱਕ ਆਪ ਦੀਆਂ ਸੇਵਾਵਾਂ ਪਹੁੰਚਾਉਂਦੇ ਹਾਂ, ਉਹਨਾਂ ਸੇਵਾ ਵਿੱਚੋਂ ਇੱਕ ਬਹੁਤ ਵੱਡੀ ਸੇਵਾ ਜੋ ਸੰਗਤ ਏਡ ਮੈਡੀਕਲ ਕੇਅਰ ਫੰਡ ਦੇ ਨਾਲ ਜੁੜੀਆਂ ਹੋਈਆਂ ਸੰਗਤਾਂ ਨੇ ਕੀਤੀ ਆ। ਭੈਣ ਮਨਦੀਪ ਕੌਰ ਜਿਹੜੀ ਅੱਜ ਆਪਣੇ ਪਰਿਵਾਰ ਵਿੱਚ ਆ ਗਈ ਆ। ਕੁਝ ਸਮਾਂ ਪਹਿਲਾਂ ਜਿਹੜਾ ਹਸਪੀਟਲ ਤੋਂ ਛੁੱਟੀ ਦਵਾ ਕੇ ਇਹਨਾਂ ਨੂੰ ਘਰ ਲੈ ਕੇ ਆਏ ਆ। ਪਿੰਡ ਨੂਰਦੀਨ ਸਰਾਂ ਜੋ ਕਿ ਕਿਲ੍ਹਾ ਕਵੀ ਸੰਤੋਖ ਸਿੰਘ ਨਵਾਂ ਨਾਮ ਜੋ, ਕਿਉਂਕਿ ਇਹ ਜਿਹੜਾ ਪਿੰਡ ਹੈ ਭਾਈ ਸੰਤੋਖ ਸਿੰਘ ਜੀ ਜਿਹੜੇ ਚੂੜਾਮਨ ਕਵੀ ਜਿਨ੍ਹਾਂ ਦੇ ਇਤਿਹਾਸ ਨੂੰ ਸਾਰੇ ਗੁਰਦੁਆਰਿਆਂ ਵਿੱਚ ਗੁਰੂ ਘਰਾਂ ਵਿੱਚ ਜਿਹੜਾ ਸਰਵਣ ਕਰਾਇਆ ਜਾਂਦਾ, ਉਹਨਾਂ ਦਾ ਇਹ ਪਿੰਡ ਆ, ਨਗਰ ਆ। ਉੱਥੋਂ ਦੇ ਵਸਨੀਕ ਭੈਣ ਮਨਦੀਪ ਕੌਰ, ਇਹ ਸਾਰਾ ਭੈਣ ਮਨਦੀਪ ਦਾ ਪਰਿਵਾਰ ਹੈ। ਅੱਜ ਦਾ ਜੋ ਮਾਹੌਲ ਸੀਗਾ ਆਪ ਜੀ ਨਾਲ ਸ਼ੇਅਰ ਕਰ ਰਹੇ ਹਾਂ ਕਿ ਜਦੋਂ ਭੈਣ ਇੱਥੇ ਆਈ ਹੈ, ਛੋਟੇ ਛੋਟੇ ਬੱਚੇ ਆ ਜਿਹੜੇ ਕਿ ਕਾਫੀ ਦਿਨਾਂ ਤੋਂ ਜਿੱਦ ਕਰਦੇ ਸੀਗੇ ਕਿ ਅਸੀਂ ਹਸਪੀਟਲ ਜਾਣਾ ਵਾ, ਆਪਣੀ ਮਾਤਾ ਨੂੰ ਵੇਖਣਾ ਵਾ। ਸਾਡੇ ਨਾਲ ਉਹਨਾਂ ਦੇ ਪਿਤਾ ਜੀ ਵੀ ਇੱਥੇ ਹਾਜ਼ਰ ਨੇ ਤੇ ਸਾਨੂੰ ਦੱਸਦੇ ਹੁੰਦੇ ਸੀਗੇ। ਮੈਂ ਚਾਹੁੰਦਾ ਕਿ ਆਪ ਹੀ ਆਪਣੇ ਮੂੰਹੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਇੱਦਾਂ ਮੈਂ ਜਦੋਂ ਘਰੇ ਆਉਣਾ, ਜਦੋਂ ਵਿਚਾਰੀ ਢਿੱਲੀ ਉੱਥੇ ਹਸਪਤਾਲ ਹੀ, ਤੇ ਮੈਂ ਮੇਰੇ ਮਗਰ ਪੈਂਦੇ ਨਿਆਣੇ ਆਂਦੇ ਅਸੀਂ ਮੰਮੀ ਨੂੰ ਵੇਖਣਾ। ਰਾਤ ਦੇ 10-11 ਵਜੇ ਖੜਿਆ ਸੁੱਤੇ ਸੀ ਬੱਚੇ, ਤੇ ਮਹੀਨੇ ਪਿੱਛੋਂ ਮਹਾਰਾਜ ਦੀ ਕਿਰਪਾ ਨਾਲ ਫਿਰ ਅਸੀਂ ਘਰੇ ਲੈ ਕੇ ਆਏ ਹਾਂ। ਤੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਸੰਗਤ ਦੀ ਕਿਰਪਾ ਦੇ ਨਾਲ ਮਹਾਰਾਜ ਨੇ ਕਿਰਪਾ ਕੀਤੀ ਆ। ਤੇ ਹੁਣ ਉਹਦੀ ਕਿਰਪਾ ਦੇ ਨਾਲ ਅਸੀਂ ਘਰੇ ਆ ਗਏ ਹਾਂ। ਬੱਚਿਆਂ ਦੇ ਵਿੱਚ ਉਹ ਗੁੱਡੀ ਆਪਣੀ ਆ ਗਈ ਮਨਦੀਪ ਕੌਰ। ਤੇ ਹੋਰ ਪਿਆਰੀ ਸਾਧ ਸੰਗਤ ਜੀ, ਬਹੁਤ ਧੰਨਵਾਦ ਹੈ ਸੰਗਤਾਂ ਦੇ ਜਿਨ੍ਹਾਂ ਨੇ ਕਿਰਪਾ ਕੀਤੀ ਆ। ਗੁਰੂ ਨੇ ਕਿਰਪਾ ਕੀਤੀ, ਨਾਲ ਸਾਧ ਸੰਗਤ ਨੇ ਕਿਰਪਾ ਕੀਤੀ ਆ। ਅਸੀਂ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦੇ, ਸਾਧ ਸੰਗਤਾਂ ਦੇ, ਪਿਆਰੀ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਅਸੀਂ ਵੀ ਆਪਣੀ ਸਾਰੀ ਟੀਮ ਵੱਲੋਂ ਉਹਨਾਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜੋ ਆਪਣੀ ਕਿਰਤ ਕਮਾਈਆਂ ਵਿੱਚੋਂ, ਦਸਾਂ ਨੌਆਂ ਦੀ ਕਿਰਤ ਵਿੱਚੋਂ ਆਪਣਾ ਦਸਵੰਧ ਕੱਢ ਕੇ ਇਹਨਾਂ ਗਰੀਬ ਗੁਰਬਿਆਂ ਦੀ ਸੇਵਾ ਵਾਸਤੇ ਇੱਥੇ ਭੇਜਦੇ ਨੇ। ਆਪ ਦੀਆਂ ਬੜੀਆਂ ਵੱਡੀਆਂ ਸੇਵਾਵਾਂ ਨੇ। ਅੱਜ ਇਸ ਘਰ ਵਿੱਚ ਜਿਹੜੀ ਖੁਸ਼ੀ ਆ, ਬੱਚੇ ਜਿਹੜੇ ਖੁਸ਼ ਨੇ, ਚਾਰ ਚੁਫੇਰੇ ਆਪ ਜੀ ਮਾਹੌਲ ਵੇਖ ਰਹੇ ਹੋ, ਇਹ ਸਾਰਾ ਆਪ ਸੰਗਤਾਂ ਦੇ ਕਰਕੇ ਹੀ ਆ। ਉਹਨਾਂ ਦੇ ਮਾਤਾ ਜੀ ਵੀ ਸਾਡੇ ਨਾਲ ਨੇ। ਮਾਤਾ ਜੀ, ਤੁਸੀਂ ਉਹਨਾਂ ਸੰਗਤਾਂ ਨੂੰ ਕੁਝ ਕਹਿਣਾ ਚਾਹੋਗੇ? ਬਹੁਤ ਸਾਡੇ ਵਾਸਤੇ ਬਹੁਤ ਉਹਨਾਂ ਨੇ ਸੋਚਿਆ, ਗਰੀਬਾਂ ਵਾਸਤੇ। ਇਹ ਗਰੀਬਾਂ ਦੀ ਬੱਚੀ ਹੀ ਤੇ ਸਾਡੇ ਕੋਲੋਂ ਨਹੀਂ ਇੰਨਾ ਇਲਾਜ ਹੋ ਸਕਦਾ। ਬਹੁਤ ਚੜ੍ਹਦੀ ਕਲਾ ਹੋਈ ਹੈ, ਮਹਾਰਾਜ ਦੀ ਕਿਰਪਾ। ਸਾਰਾ ਹੀ ਪਰਿਵਾਰ ਜੋ ਸੰਗਤਾਂ ਦਾ ਧੰਨਵਾਦ ਕਰ ਰਹੇ ਨੇ। ਇਹ ਭੈਣ ਜੀ ਮਨਦੀਪ ਕੌਰ ਦੇ ਮਾਸੀ ਜੀ ਵੀ ਨੇ ਤੇ ਨਰਸਿੰਗ ਦਾ ਵੀ ਜਿਹੜਾ ਕੋਰਸ ਇਹਨਾਂ ਨੇ ਕਰ ਰੱਖਿਆ ਵਾ। ਇਹਦਾ ਵੀ ਜਿਹੜਾ ਫਾਇਦਾ ਭੈਣ ਮਨਦੀਪ ਕੌਰ ਨੂੰ ਹੋਊਗਾ ਕਿ ਜਲਦੀ ਆਰਾਮ ਜਿਹੜਾ ਇਹਨਾਂ ਨੂੰ ਆ ਜਾਊਗਾ। ਜੋ ਡਾਕਟਰਾਂ ਦਾ ਕਹਿਣਾ ਵਾ ਕਿ 25 ਕੁ ਦਿਨ ਦੇ ਕਰੀਬ ਜਿਹੜਾ ਇਹ ਸਾਰਾ ਪ੍ਰੋਸੀਜਰ ਹੁੰਦਾ, ਜਦੋਂ ਇਹਨਾਂ ਦੀਆਂ ਨਾਲੀਆਂ ਵੀ ਲੱਥ ਜਾਣਗੀਆਂ। ਤੇ ਅੱਜ ਭੈਣ ਮਨਦੀਪ ਕੌਰ ਜਿਹੜੇ ਇੱਥੇ ਆਉਂਦੇ, ਜਿਹੜੇ ਮਨ ਜਿਹੜਾ ਭਾਵਕ ਹੋਣ ਡਿਆ ਸੀ ਕਿ ਬੱਚਿਆਂ ਦੇ ਨਾਲ, ਉਹ ਵੀਡੀਓ ਰਾਹੀਂ ਆਪ ਜੀ ਨੂੰ ਦਿਖਾਵਾਂਗੇ। ਜਦੋਂ ਅਸੀਂ ਇੱਥੇ ਐਂਟਰੀ ਕਰ ਰਹੇ ਸੀਗੇ ਘਰ ਵਿੱਚ, ਕਿਸ ਤਰ੍ਹਾਂ ਦਾ ਮਾਹੌਲ ਸੀਗਾ। ਇਹ ਭੈਣ ਜੀ ਹੋਰੀ ਜਿਹੜੇ ਹੁਣ ਮਨਦੀਪ ਕੌਰ ਦੀ ਸੇਵਾ ਕਰਨਗੇ, ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਆਪਾਂ ਮਨਦੀਪ ਕੌਰ ਨੂੰ ਉਠਾਈਏ ਤਾਂ ਕਿ ਆਪਣੇ ਬੱਚਿਆਂ ਦੇ ਨਾਲ ਆਪਣੀ ਜੋ ਸੇਵਾ, ਆਪਣੀ ਜ਼ਿੰਮੇਵਾਰੀ ਜਿਹੜੀ ਸਾਂਭ ਸਕੇ। ਆਪ ਜੀ ਭੈਣ ਜੀ ਕੁਝ ਕਹਿਣਾ ਚਾਹੋਗੇ ਸੰਗਤਾਂ ਨੂੰ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਕਮੇਟੀ ਦੇ, ਸਾਧ ਸੰਗਤ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ
ਮਨਦੀਪ ਕੌਰ ਦੀ ਇਲਾਜ ਕਰਾਇਆ ਕਿਉਂਕਿ ਅਸੀਂ ਗਰੀਬ ਸੀਗੇ, ਇਹਦੇ ਮੇਰੇ ਪੇਰੈਂਟਸ ਬਹੁਤ ਗਰੀਬ ਸੀ, ਇਹ ਇਲਾਜ ਨਹੀਂ ਸੀ ਕਰਵਾ ਸਕਦੇ। ਪਰ ਇਹਨਾਂ ਨੇ ਬਹੁਤ ਹੀ ਵਧੀਆ ਮਤਲਬ ਕਿ ਬੱਚਿਆਂ ਦੇ ਪੈਰਾਂ ਪਿੱਛੇ ਮਾਲਕ ਨੇ ਇਹਨਾਂ ਦੀ ਕਿਰਪਾ ਕੀਤੀ ਹੈ, ਆਪਣੇ ਘਰ ਆਪਣੇ ਬੱਚਿਆਂ 'ਚ ਆ ਗਏ ਆ। ਬਾਕੀ ਸਾਧ ਸੰਗਤ ਜੀ ਦਾ ਬਹੁਤ ਬਹੁਤ ਧੰਨਵਾਦੀ ਆਂਗੇ ਅਸੀਂ। ਸਾਡੇ ਕੋਲ ਕੋਈ ਲਫ਼ਜ਼ ਨਹੀਂ ਆ ਕਿ ਅਸੀਂ ਇਹਨਾਂ ਦਾ ਧੰਨਵਾਦ ਕਰ ਸਕਦੇ। ਸੋ ਅਸੀਂ ਸੰਗਤ ਵੱਲੋਂ ਇਹ ਭੈਣ ਜੀ ਦਾ ਵੀ ਧੰਨਵਾਦ ਕਰਾਂਗੇ ਕਿ ਬੜੀ ਵੱਡੀ ਸੇਵਾ ਹੁੰਦੀ ਹੈ। ਐਸੀ ਹਾਲਤ ਵਿੱਚ ਜਿਹੜਾ ਮਰੀਜ਼ ਨੂੰ ਸਾਂਭਣਾ ਬੜਾ ਔਖਾ ਹੁੰਦਾ ਵਾ, ਤੇ ਇਹਦੇ ਵਾਸਤੇ ਕੋਈ ਸਪੈਸ਼ਲ ਬੰਦਾ ਜਿਹੜਾ ਸੇਵਾ ਵਾਸਤੇ ਚਾਹੀਦਾ ਹੁੰਦਾ ਵਾ। ਤੇ ਸ਼ਾਇਦ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ, ਜੋ ਆਪਣੇ ਸਿੰਘਾਂ ਦੀ ਲਾਜ ਰੱਖੀ ਆ, ਤੇ ਉਹਨਾਂ ਨੇ ਸਾਰੇ ਸੇਵਾਦਾਰ ਜਿਹੜੇ ਭੈਣ ਮਨਦੀਪ ਦੇ ਕੋਲ ਪਹਿਲਾਂ ਹੀ ਭੇਜ ਦਿੱਤੇ ਆ, ਕੁਝ ਸੰਗਤਾਂ ਦੇ ਰਾਹੀਂ ਜੋ ਦਸਵੰਧ ਭੇਜਿਆ, ਤੇ ਹੁਣ ਭੈਣ ਜੀ ਇੱਥੇ ਜਿਹੜੇ ਅਗਲੀ ਸੇਵਾ ਕਰਨਗੇ। ਤੇ ਜਦੋਂ ਵੀ ਲੋੜ ਪਏਗੀ ਇਹਨਾਂ ਨੂੰ, ਇਹ ਸਾਡੇ ਕੋਲ ਉੱਥੇ ਟ੍ਰੀਟਮੈਂਟ ਵਾਸਤੇ ਹਸਪੀਟਲ ਆਉਂਦੇ ਰਹਿਣਗੇ। ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਆ, ਅਸੀਂ ਹਰ ਤਰ੍ਹਾਂ ਨਾਲ ਪਰਿਵਾਰ ਦੇ ਨਾਲ ਆ, ਤੇ ਆਪ ਸੰਗਤਾਂ ਦਾ ਸਹਿਯੋਗ ਜ਼ਰੂਰ ਮੰਗਦੇ ਆ ਕਿ ਜੋ ਆਪ ਮੈਡੀਕਲ ਕੇਅਰ ਫੰਡ ਦੇ ਨਾਲ ਜੁੜ ਕੇ ਇਹ ਸੇਵਾਵਾਂ ਨਿਭਾ ਰਹੇ ਹੋ। ਤੇ ਅਸੀਂ ਚਾਹੁੰਦੇ ਕਿ ਇਹ ਸੇਵਾ ਚੱਲਦੀਆਂ ਰਹਿਣ, ਅਸੀਂ ਪਿੰਡ ਥਾਵਾਂ 'ਤੇ ਜਾ ਕੇ ਜਿਹੜੇ ਲੋੜਵੰਦ ਉਹਨਾਂ ਤੱਕ ਪਹੁੰਚ ਕਰਦੇ ਰਹੀਏ। ਇਹ ਜਿਹੜੀਆਂ ਸੇਵਾਵਾਂ ਨੇ ਇਹ ਲਮਸਮ ਜੇ ਕੋਈ ਗੋਦ ਵੀ ਲੈਣਾ ਚਾਹੇ ਪੇਸ਼ੈਂਟ, ਤੇ ਉਹ ਮਰੀਜ਼ ਨੂੰ ਗੋਦ ਲੈ ਕੇ ਖੁਦ ਸਿੱਧਾ ਇਲਾਜ ਵੀ ਕਰਾ ਸਕਦਾ ਵਾ। ਤੇ ਜੇ ਕੋਈ ਇਸ ਤਰ੍ਹਾਂ ਦਸਵੰਧ ਦੀਆਂ ਸੇਵਾ ਭੇਜਣਾ ਚਾਹੇ, ਉਹ ਟਰਸਟ ਨੂੰ ਉੱਥੇ ਆਪ ਦੀਆਂ ਸੇਵਾ ਭੇਜ ਸਕਦਾ ਆਪਣੇ 10 ਦੀ ਕਿਰਤ ਵਿੱਚੋਂ। ਹੋਰ ਵੀ ਜਿਹੜੀ ਜਾਣਕਾਰੀ ਵਧੇਰੇ ਆਪ ਜੀ ਸੰਗਤ ਏਡ ਦੇ ਨਾਲ ਸੰਪਰਕ ਕਰ ਸਕਦੇ ਹੋ। ਸੋ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਕੁਝ ਪਿੰਡ ਦੇ ਬਜ਼ੁਰਗ ਕੋਈ ਸਾਡੇ ਪਤਵੰਤੇ ਸੱਜਣ ਵੀ ਪਹੁੰਚੇ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਵੀਰ ਜੀ, ਸਾਰਾ ਦੇਖਦੇ ਹੋ ਕਿੱਦਾਂ ਦਾ ਇਹਨਾਂ ਦਾ ਪਰਿਵਾਰ ਦਾ ਮਾਹੌਲ, ਕਿੱਦਾਂ ਇਹਨਾਂ ਦਾ ਰੋਟੀ ਪਾਣੀ ਦਾ ਗੁਜ਼ਾਰਾ ਚੱਲਦਾ? ਦੇਖੋ ਜੀ, ਗਰੀਬ ਬੰਦੇ ਨੇ, ਗਰੀਬ ਬੰਦੇ ਇਲਾਜ ਨਹੀਂ ਕਰਾ ਸਕਦੇ ਕਿਉਂਕਿ ਨਿੱਕੇ ਨਿੱਕੇ ਬੱਚਿਆਂ ਨੂੰ ਕਿਉਂਕਿ ਮਾਂ ਬਹੁਤ ਪਿਆਰੀ ਹੁੰਦੀ ਹੈ। ਬੱਚੇ ਇੰਨੇ ਨੇ 2 ਮਹੀਨੇ ਹੋ ਚੱਲੇ ਇਹਨਾਂ ਨੂੰ ਦਾਖਲ ਕਰਾਇਆ ਨੂੰ, ਤੇ ਮਾਂ ਤੋਂ ਬਿਨਾਂ ਬੱਚਿਆਂ ਦਾ ਵੀ ਦਿਲ ਨਹੀਂ ਲੱਗਦਾ, ਤੇ ਮਾਂ ਹੀ ਹੁੰਦੀ ਹੈ। ਤੇ ਚਲੋ ਸਾਰੀ ਸੰਗਤ ਦੇ ਸੰਯੋਗ ਦੇ ਨਾਲ, ਕਿਉਂਕਿ ਬੱਚਿਆਂ ਦੀ ਇੱਕ ਮਾਂ ਬਚਾਤੀ ਆ, ਤੇ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰੇ, ਉਹ ਸੰਗਤ ਤੇ ਵੀ ਚੜ੍ਹਦੀ ਕਲਾ ਕਰੇ ਜਿਨ੍ਹਾਂ ਨੇ ਕਿਉਂਕਿ ਸੇਵਾ ਮਗਰ ਭੇਜ ਕੇ ਇਸ ਬੱਚਿਆਂ ਦੀ ਮਾਂ ਦਾ ਇਲਾਜ ਕਰਾ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਬਿਲਕੁਲ, ਸਾਧ ਸੰਗਤ ਜੀ ਜਿਹੜੀਆਂ ਮਾਵਾਂ ਹੁੰਦੀਆਂ ਠੰਡੀਆਂ ਛਾਵਾਂ ਹੁੰਦੀਆਂ ਨੇ। ਇਹ ਨਿੱਕੇ ਨਿੱਕੇ ਬੱਚੇ ਨਿੱਕੇ ਨਿੱਕੇ ਜਿਹੜੇ ਕੀ ਕਹਿ ਰਹੇ ਸੀਗੇ ਭੈਣ ਜੀ? ਮੈਂ ਨਾ ਬਹੁਤ ਮਹਾਰਾਜ ਤੋਂ ਡਰ ਕੇ ਨਹੀਂ ਆ ਵੀ ਨਿੱਕੇ ਨਿੱਕੇ ਬੱਚੇ ਅਸੀਂ ਵੀ ਇਹਨਾਂ ਨੂੰ ਮੈਂ ਨਾ ਬੜੇ ਬਹਾਨੇ ਦੇ ਨਾਲ ਜਾਣਾ, ਕਦੀ ਮੈਂ ਉੱਧਰ ਫੇਰ ਆਣ ਕੇ ਦੁੱਧ ਫੜੀ ਆਉਣਾ। ਮੈਂ ਆਖਣਾ ਵੀ ਮੈਂ ਦੁੱਧ ਲੈ ਕੇ ਆਈ ਹੈਗੀ, ਇਹਨਾਂ ਆਖਣਾ ਮੰਮੀ ਨੇ ਮਿਲਣਾ। ਮੈਂ ਆਖਣਾ ਨਹੀਂ ਪੁੱਤ, ਮੈਂ ਨਾ ਤੁਰੀ ਆਉਣੀ ਹੈਗੀ। ਤੇ ਅੱਜ ਮਹਾਰਾਜ ਦੀ ਕਿਰਪਾ ਹੀ, ਅੱਜ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਸਾਨੂੰ, ਗਰੀਬਾਂ ਦਾ ਇਲਾਜ ਕੀਤਾ ਵਾ। ਅਸੀਂ ਗਰੀਬ ਬੰਦੇ ਹਾਂ, ਨਹੀਂ ਸਾਥੋਂ ਅਸੀਂ ਦਿਹਾੜੀਦਾਰ ਹਾਂ, ਸਾਥੋਂ ਕਿਸੇ ਵੇਲੇ ਦਿਹਾੜੀ ਲੱਭੀ, ਕਿਸੇ ਵੇਲੇ ਨਹੀਂ ਲੱਭੀ, ਸਾਥੋਂ ਨਹੀਂ ਇਲਾਜ ਹੁੰਦਾ। ਤੇ ਬੱਚਿਆਂ ਦੀ ਮਾਂ ਦਾ ਫਿਰ ਇਹਨਾਂ ਵੀਰਾਂ ਨੇ ਦੋਹਰਾ ਜਨਮ ਹਿਸਾਬ ਨਾਲ ਕਰਾਇਆ, ਆਪਣੇ ਬੱਚਿਆਂ ਵਿੱਚ ਆਏ ਹੈਗੇ। ਬਹੁਤ ਬੱਚਿਆਂ ਨੂੰ ਵੀ ਖੁਸ਼ੀ ਹੋਈ, ਸਾਨੂੰ ਵੀ ਖੁਸ਼ੀ ਹੋਈ ਵੀ ਚਲੋ ਕੋਈ ਟਾਈਮ ਪਾ ਕੇ ਉੱਠ ਖਲੋਣਗੇ, ਆਪਣੇ ਬੱਚੇ ਸਾਂਭ ਲੈਣਗੇ। ਤੇ ਮਹਾਰਾਜ ਇਹਨਾਂ ਚੜ੍ਹਦੀ ਕਲਾ ਕਰੇ, ਇਹਨਾਂ ਵੀਰਾਂ ਨੂੰ ਵੀ ਮਹਾਰਾਜ ਬਹੁਤਾ ਬਹੁਤਾ ਦਵੇ। ਬਿਲਕੁਲ ਜੀ, ਅਸੀਂ ਦੇਖ ਰਹੇ ਸੀ ਜੋ ਭੈਣ ਮਨਦੀਪ ਕੌਰ ਨੂੰ ਲੈ ਕੇ ਆਉਂਦੇ ਸੀਗੇ ਬੱਚੇ, ਅੱਗੇ ਸੀਗੇ ਵੀ ਮੰਮੀ ਆ ਗਈ ਹੈ, ਸਾਡੀ ਮਾਂ ਆ ਗਈ, ਘਰ ਆ ਗਈ ਹੈ। ਤੇ ਭੈਣ ਮਨਦੀਪ ਕੌਰ ਵੀ ਜਿਹੜੀ ਆਪਣੇ ਘਰ ਆ ਕੇ ਬੜੀ ਖੁਸ਼ ਆਦੀ, ਤੇ ਮੈਂ ਹੁਣੇ ਦੇਖਿਆ ਵੀ ਠੀਕ ਹੋ ਗਏ ਨੇ। ਵੀ ਜਿਹੜਾ ਉੱਥੇ ਰਹਿੰਦੀ ਹੁੰਦੀ ਕਸਰ ਸੀ, ਜਦੋਂ ਬੰਦਾ ਪਰਿਵਾਰ 'ਚ ਆ ਜਾਂਦਾ ਮਰੀਜ਼ ਜਿਹੜਾ ਅੱਧਾ ਠੀਕ ਹੋ ਜਾਂਦਾ। ਤੇ ਸੋ ਜੋ ਗੁਰੂ ਸਾਹਿਬ ਨੇ ਸਾਨੂੰ ਇਹ ਸਿਧਾਂਤ ਦਿੱਤੇ ਨੇ, ਉੱਤੇ ਪਹਿਰਾ ਦੇਣਾ ਸਾਡਾ ਬਣਦਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤੇ ਸੋ ਆਪਾਂ ਇਦਾਂ ਹੀ ਰਲ ਮਿਲ ਕੇ ਜਿਹੜਾ ਇਹ ਮਿਸ਼ਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵਾ, ਏਕ ਪਿਤਾ ਏਕ ਸਕੇ ਹਮ ਬਾਰਕ, ਗੁਰੂ ਘਰਾਂ 'ਚੋਂ ਸਿੱਖਦੇ ਹਾਂ। ਸਿੱਖਿਆ ਉਹ ਗੁਣ ਜਿਹੜੇ ਧਾਰਨ ਕਰਕੇ ਇਸ ਤਰ੍ਹਾਂ ਹੀ ਵੰਡਣਾ, ਵੰਡ ਕੇ ਛਕਣਾ, ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਕਈ ਵਾਰੀ ਤੇ ਅਕਸਰ ਮਨ ਵਿੱਚ ਆਉਂਦਾ ਵੀ ਜਦੋਂ ਸੰਗਤ ਗੁਰਦੁਆਰਿਆਂ ਦੇ ਅੰਦਰ ਹੁੰਦੀ ਹੈ ਨਾ, ਉਦੋਂ ਬੜੇ ਜੋੜੇ ਝਾੜਦੇ ਆਪਾਂ, ਬੜਾ ਜੋੜੇ ਸੇਵਾ ਕਰੀਦੀ ਆ। ਤੇ ਜਦੋਂ ਉਹ ਸੰਗਤ ਗੁਰਦੁਆਰਿਆਂ 'ਚ ਥੋੜ੍ਹਾ ਜਿਹਾ ਬਾਹਰ ਆ ਜਾਂਦੇ, ਪਤਾ ਨਹੀਂ ਕੀ ਹੋ ਜਾਂਦਾ, ਕੀ ਕਲਯੁਗ ਦਾ ਪਹਿਰਾ ਵਾ। ਅਸੀਂ ਇੱਕ ਦੂਜੇ ਵੱਲ ਵੇਖ ਕੇ ਵੀ ਖੁਸ਼ ਨਹੀਂ ਹੁੰਦੇ ਵੀ ਇਹ ਨਹੀਂ ਯਾਰ, ਇਹ ਹੋਰ ਆ ਤੇ ਉਹ ਹੋਰ ਆ। ਤੇ ਪਰ ਗੁਰੂ ਘਰ ਦੇ ਅੰਦਰ ਆਉਂਦੇ ਆ, ਉਹਨਾਂ ਦੇ ਬਰਤਨ ਸਾਫ਼ ਕਰਦੇ, ਉਹਨਾਂ ਦੇ ਜੋੜੇ ਸਾਫ਼ ਕਰਦੇ ਆ। ਪਰ ਜਦੋਂ ਕਿਤੇ ਇੱਦਾਂ ਲੋੜ ਪੈ ਜਾਂਦੀ ਆ, ਉਦੋਂ ਅਸੀਂ ਇੱਕ ਦੂਜੇ ਤੋਂ ਬਹੁਤ ਦੂਰ ਹੋ ਜਾਂਦੇ ਆ। ਇਹ ਜਿਹੜਾ ਮਿਸ਼ਨ ਸੀਗਾ ਗੁਰੂ ਨਾਨਕ ਸਾਹਿਬ ਜੀ ਦਾ ਮਿਸ਼ਨ, ਇਹ ਆ ਵੀ ਇਕੱਠੇ ਹੋਣਾ, ਵੰਡ ਕੇ ਛਕਣਾ। ਤੇ ਉਸੇ ਚੀਜ਼ ਨੂੰ ਲੈ ਕੇ ਜਿਹੜੀਆਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀਆਂ ਸੰਗਤਾਂ ਉਸੇ ਸਿਧਾਂਤ ਨੂੰ ਗੁਰੂ ਸਾਹਿਬ ਜੀ ਦੇ ਨੂੰ ਲੈ ਕੇ ਅੱਗੇ ਚੱਲਦੀਆਂ ਪਈਆਂ ਨੇ, ਵੰਡ ਕੇ ਛਕਦੀਆਂ ਨੇ, ਗੁਰੂ ਸਾਹਿਬ ਦੀਆਂ ਮਿਹਰਾਂ ਲੈਂਦੀਆਂ ਨੇ। ਤੇ ਇਹ ਮੇਰਾ ਆਪਾਂ ਇਸੇ ਤਰ੍ਹਾਂ ਹੀ ਲੈਂਦੇ ਰਹਿਣਾ। ਜਿਹੜੇ ਗਰੀਬ ਗੁਰਬੇ ਨੇ,
ਇਹ ਆਪਣੇ ਹੀ ਪਰਿਵਾਰ ਨੇ, ਆਪਾਂ ਇਹਨਾਂ ਨੂੰ ਸਾਂਭਣਾ ਵਾ। ਜਿਤਨਾ ਕਿਸੇ ਕੋ ਹੋ ਸਕਦਾ ਆਪਾਂ ਇਹਨਾਂ ਪਰਿਵਾਰਾਂ ਵਾਸਤੇ ਜਿਹੜਾ ਭੇਜਦੇ ਰਹੀਏ, ਤਾਂ ਕਿ ਇਹ ਪਰਿਵਾਰ ਜਿਹੜੇ ਕਾਫੀ ਕਮਜ਼ੋਰ ਨੇ, ਕਮਜ਼ੋਰ ਕਹਿ ਸਕਦੇ ਵੀ ਇੰਨੀਆਂ ਕਿਰਤ ਕਮਾਈ ਇੰਨੀ ਵੱਡੀ ਨਹੀਂ ਹੁੰਦੀ ਕਿ ਮਸਾਂ ਆਪਣਾ ਘਰ ਦਾ ਹੀ ਗੁਜ਼ਾਰਾ ਹੁੰਦਾ ਵਾ। ਮੈਡੀਕਲ ਜਿਹੜੀਆਂ ਦਵਾਈਆਂ ਲੈਣੀਆਂ ਸਾਡੇ ਵਾਸਤੇ ਬੜੀਆਂ ਔਖੀਆਂ ਨੇ, ਬਹੁਤ ਔਖਾ ਵਾ। ਤੇ ਆਪਾਂ ਜੋ ਸਾਡਾ ਪੁਰਾਣਾ ਮਾਹੌਲ ਸੀ, ਇੱਕ ਦੂਜੇ ਨਾਲ ਸਾਂਝ ਪਾਉਂਦੇ ਸੀਗੇ, ਤੇ ਜੇ ਵਿਆਹ ਤੇ ਜਾਣਾ ਤੇ ਉਹਨੂੰ ਨਿਉਂਦੇ ਕਹਿੰਦੇ ਹੁੰਦੇ ਸੀਗੇ, ਨਿਉਂਦਾ ਪਾਉਣਾ ਕਿ ਫਲਾਣਿਆ ਆਪ ਸਾਡਾ ਨਿਉਂਦਾ, ਵੀ ਇਹਦਾ ਜਿਹੜਾ ਵਿਆਹ ਦਾ ਇਹਦਾ ਕਾਰਜ ਹੋ ਜਾਵੇ ਤੇ ਇਹਦਾ ਰਾਸ਼ਨ ਪਾਣੀ ਵੀ ਪੈ ਜਾਵੇ। ਅੱਜ ਕੱਲ੍ਹ ਤੇ ਜੇ 1100 ਦਿੱਤਾ ਤੇ ਅਗਲੀ ਵਾਰੀ ਮਨ 'ਚ ਹੁੰਦਾ ਕਿ ਇੱਕ 1200 ਲੈਣਾ। ਚਾਹੇ ਬੰਦਾ ਘਰ ਦਾ ਖਰਚਾ ਚਲਾਵੇ ਕਿ ਜੀਆ ਜੰਤ ਪਾਲੇ, ਕਿ ਦਵਾਈ ਜਿਹੜੀ ਆ ਕਿ ਦਵਾਈ ਲਿਆ ਕੇ ਦੇਵੇ। ਹੁਣ 200-400 ਰੁਪਏ ਦੇ ਵਿੱਚ ਦਵਾਈ ਲਿਆਵੇ ਕਿ ਘਰ ਦਾ ਖਰਚਾ ਕਰੇ, ਤੇ ਬੰਦਾ ਕਿਹੜੇ ਪਾਸੇ ਹੋਵੇ, ਬੰਦਾ ਜ਼ਿਆਦਾ ਖੜਕੀ 'ਚ ਫਸਿਆ ਆ ਜੀ। ਤੇ ਔਰਤ ਬਾਰੇ ਕੋਈ ਕੰਮ ਨਹੀਂ ਹੈਗਾ। ਔਰਤ ਬਾਰੇ ਅੱਗੇ ਪਿੰਡਾਂ 'ਚ ਕੰਮ ਹੀ, ਝੋਨੇ ਝਾੜਦੇ, ਕਣਕਾਂ ਵੱਢਦੇ ਸੀ, ਲਾਉਂਦੇ ਸੀ। ਹੁਣ ਇੱਕੋ ਹੀ ਕੰਮ ਰਹਿ ਗਿਆ ਜੀ, ਰਾਜ ਮਿਸਤਰੀ ਤੋਂ ਬਗੈਰ ਕੰਮ ਹੀ ਨਹੀਂ ਕੋਈ ਰਹਿ ਗਿਆ ਜੀ। ਸਰਕਾਰਾਂ ਜੇ ਪਿੰਡਾਂ ਦੇ ਵਿੱਚ ਕਿਤੇ ਸ਼ਹਿਰਾਂ ਦੇ ਵਿੱਚ ਫੈਕਟਰੀਆਂ ਲਾਉਣ, ਕਿਤੇ ਬੀਬੀਆਂ ਨੂੰ ਕੰਮਾਂ ਤੇ ਲਾਉਣ, ਤੇ ਆਪੇ ਸਾਰਾ ਕੁਝ ਸਹੀ ਹੋ ਜਾਏ ਜੀ। ਸੋ ਇਹ ਭੈਣ ਮਨਦੀਪ ਕੌਰ ਦੇ ਘਰ ਅਸੀਂ ਆਏ ਸੀਗੇ, ਤੇ ਭੈਣ ਮਨਦੀਪ ਕੌਰ ਦਾ ਜਿਹੜਾ ਹੁਣ ਤੱਕ ਦਾ ਖਰਚਾ ਉਹ 5.5 ਲੱਖ ਰੁਪਇਆ ਸਾਧ ਸੰਗਤ ਜੀ ਬਣ ਚੁੱਕਾ। ਹਸਪੀਟਲ ਦਾ ਬਿੱਲ ਹੈ ਪੇ ਕਰਨ ਵਾਸਤੇ, ਜਿੰਨਾ ਕਿਸੇ ਕੋ ਹੋ ਸਕਦਾ ਵੱਧ ਤੋਂ ਵੱਧ ਆਪ ਜੀ ਦਾ ਦਸਵੰਧ ਜੋ ਇੱਥੇ ਪੁੱਜਦਾ ਕਰੀਏ, ਤਾਂ ਕਿ ਇਹਨਾਂ ਗਰੀਬ ਗੁਰਬਿਆਂ, ਇਹਨਾਂ ਲੋੜਵੰਦਾਂ ਦੀ, ਇਹਨਾਂ ਜਿਹੜੇ ਮਰੀਜ਼ਾਂ ਦੀ ਜੋ ਮਦਦ ਹੋ ਸਕੇ। ਤੇ ਇਹਦਾ ਵੀ ਬਿੱਲ ਆਪਾਂ ਦੇਣਾ, ਅੱਗੇ ਵੀ ਆਪਾਂ ਇਹ ਸੇਵਾਵਾਂ ਜਾਰੀ ਰੱਖਣੀਆਂ। ਸੋ ਆਪ ਜੀ ਕੋ ਇਜਾਜ਼ਤ ਲੈਂਦੇ ਹਾਂ ਅੱਜ ਦੀ, ਅੱਗੇ ਫਿਰ ਆਪ ਜੀ ਕੋ ਇਹ ਸੇਵਾਵਾਂ ਲੈ ਕੇ ਹਾਜ਼ਰ ਹੋਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।